गाइस अज आप एक्सरसाइज 1.1 करांगे। क्लास 10th का मैथ हैगा। ये अपने को फस्ट पार्ट का फस्ट सम आप करांगे 135 ते 225 का आप HCF फाइंड करना गा। जानी कि आप मम्मा सवा पता करना गा आप कि विधि राही यूक्लिड वंड एल्गोरिथम का आप प्रयोग करके। मेरे को गाइस मेरे को इन्होंने 3 सम दिते हुए मेरे को 135 ते 225, दूसरा मेरे को दिता 196 ते 38 220, तीसरा दिता मेरे को 867 ते 255। जानी कि मैं इन्होंने तिना का की पता करना गा, HCF पता करना गा, कि विधि राही पता करना गा यूक्लिड वंड एल्गोरिथम राही। गाइस वीडियो को अखीर तक देखो, मैं थोड़े नाल वादा करदा पॉइंट टू पॉइंट सुनू की है सारी वीडियो की है समझ लगू, इको एक सम की है सुनू की है पता लगूगा, पर शर्त की है वीडियो सुनू अखीर तक की है देखनी पऊगी। देखो ना आप किस तरीके ना करांगे। फर्स्ट सम है मेरे को 135 ते 225, इहदा मैं किस तरीके नाल HCF पता करूंगा, जानी मम्मा सवा पता करूंगा। जानी कि इन्हां दोनों के विचों पहले सब तो पहला मैं इन्हां दोनों विचों देखूंगा बड़ा किहड़ा हैगा। बड़ा मेरे को 135 बड़ा या 225, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਮੇਰੇ ਕੋਲੇ 225 ਵੱਡਾ ਹੈਗਾ। ਜਿਹੜਾ ਮੇਰੇ ਕੋਲੇ ਵੱਡਾ ਹੋਊਗਾ ਉਹਨੂੰ ਮੈਂ ਕੀ ਹੈਗਾ ਅੰਦਰ ਰੱਖੂੰਗਾ, 225 ਨੂੰ ਮੈਂ ਅੰਦਰ ਰੱਖੂੰਗਾ, ਜਿਹੜਾ 135 ਆ ਉਹਨੂੰ ਮੈਂ ਕੀ ਰੱਖੂੰਗਾ ਬਾਹਰ ਰੱਖੂੰਗਾ। ਜਿਸ ਤਰੀਕੇ ਨਾਲ ਆਪਾਂ ਵੰਡੋ ਕਰਦੇ ਹੁੰਦੇ ਆ ਉਸ ਤਰੀਕੇ ਨਾਲ ਇਹਨੂੰ ਕੀ ਹੈਗਾ ਵੰਡੋ ਕਰ ਦੋ, ਡਿਵਾਈਡ ਕਰ ਦੋ। ਹੁਣ ਮੇਰੇ ਕੋਲੇ ਦੇਖੋ 1 ਤੇ ਜਾਊਗਾ, ਇਹ 2 ਤੇ ਤਾਂ ਜਾਂਦਾ ਨਹੀਂ ਕਿਉਂਕਿ 35 ਨਾਲ ਮੇਰੇ ਕੋਲੇ 135 ਨੂੰ ਮੈਂ ਜਦੋਂ 2 ਨਾਲ ਮਲਟੀਪਲਾਈ ਕਰੂੰਗਾ ਤਾਂ ਮੇਰੇ ਕੋਲ 270 ਆ ਜਾਊਗਾ। ਆ ਦੇਖੋ ਮੇਰੇ ਕੋਲੇ 1 ਤੇ ਜਾਊਗਾ ਨਾ 135 ਆ ਗਿਆ ਮੇਰੇ ਕੋਲੇ। ਤੁਸੀਂ ਕਹੋਗੇ ਸਰ 2 ਤੇ ਕਿਉਂ ਨਹੀਂ ਆਉਂਦਾ, ਤਾਂ ਮੈਂ ਅੱਜ 135 ਨੂੰ ਜਦੋਂ 2 ਤੇ ਕਰੂੰਗਾ ਤਾਂ ਮੇਰੇ ਕੋਲ ਕਿੰਨਾ ਆ ਜਾਊਗਾ 270 ਆ ਜਾਊਗਾ। 225 ਥੱਲੇ 270 ਲੱਗ ਜਾਊਗਾ, ਨਹੀਂ ਲੱਗਦਾ, ਤਾਂ ਕਰਕੇ ਮੇਰੇ ਕੋਲੇ 32 ਜਾਊਗਾ, ਤਾਂ ਕਰਕੇ ਮੈਂ 135 ਲਾਇਆ ਇਹਦੇ ਥੱਲੇ। ਤਾਂ ਇਹਦੇ ਵਿੱਚੋਂ ਫਿਰ ਆਪਾਂ ਕੀ ਹੈਗਾ ਮਾਈਨਸ ਕਰਦੇ ਹੁੰਦੇ ਆ, ਜਾਨੀ ਕਿ ਘਟਾਓ ਕਰਦੇ ਹੁੰਦੇ ਆ। ਕਿਸ ਤਰੀਕੇ ਨਾਲ ਘਟਾਵਾਂਗੇ ਇਹਨੂੰ, 5 ਦੇ ਵਿੱਚੋਂ ਮੈਂ 5 ਮਾਈਨਸ ਕਰੂੰਗਾ, 0 ਆ ਗਈ। ਜਾਨੀ ਕਿ 2 ਦੇ ਵਿੱਚੋਂ ਮੈਨੂੰ ਦੱਸੋ 3 ਮਾਈਨਸ ਹੋ ਜਾਊਗਾ, ਨਹੀਂ ਹੁੰਦਾ ਨਾ, ਤਾਂ ਕਰਕੇ ਇਧਰੋਂ ਮੈਂ ਕਿ 1 ਹਾਸਲ ਲੂੰਗਾ। ਜਾਨੀ ਕਿ ਇੱਥੇ ਮੇਰੇ ਕੋਲ 12 ਬਣ ਗਿਆ। 12 ਦੇ ਵਿੱਚੋਂ ਮੈਂ 3 ਮਾਈਨਸ ਕੀਤਾ, ਘਟਾ ਕੀਤਾ, ਤਾਂ ਮੇਰੇ ਕੋਲ ਕੀ ਆ ਗਿਆ 9 ਆ ਗਿਆ। ਇੱਥੇ ਮੇਰੇ ਕੋਲ ਜਦੋਂ ਮੈਂ ਇੱਧਰ ਹਾਸਲ ਲੈਤਾ ਤਾਂ ਮੇਰੇ ਕੋਲ ਕੀ ਆ 1 ਰਹਿ ਗਿਆ। ਮੈਂ 1 ਦੇ ਵਿੱਚੋਂ 1 ਮਾਈਨਸ ਕੀਤਾ ਤਾਂ ਮੇਰੇ ਕੋਲ 0 ਆ ਜਾਊਗਾ। ਇਸ ਤਰੀਕੇ ਨਾਲ ਜਿਹੜਾ ਗਾਇਸ ਮੇਰੇ ਕੋਲ ਆ ਗਿਆ ਬਾਕੀ ਆ ਗਿਆ, ਇਹ ਮੇਰੇ ਕੋਲ ਕੀ ਆ ਗਿਆ ਬਾਕੀ ਆ ਗਿਆ। ਜਿਹੜਾ ਬਾਕੀ ਹੋਊਗਾ ਉਹ ਮੇਰੇ ਕੋਲੇ ਬਾਹਰ ਰਹਿ ਜਾਊਗਾ, ਜਿਹੜਾ ਇੱਥੇ ਹੁੰਦਾ ਉਹ ਮੇਰੇ ਕੋਲੇ ਕੀ ਆ ਜਾਊਗਾ ਅੰਦਰ ਆ ਜਾਊਗਾ। ਇਸ ਤੋਂ ਬਾਅਦ ਮੇਰੇ ਕੋਲੇ ਕੀ ਆ ਮੈਂ ਦੇਖੂੰਗਾ ਵੀ 90 ਮੇਰੇ ਕੋਲੇ ਕਿੰਨੇ ਤੇ ਜਾਊਗਾ। ਇਹ ਤੋਂ ਮੈਂ ਛੋਟਾ ਦੇਖਣਾ 135 ਤੋਂ, ਜਾਂ 135 ਹੋਵੇ ਪੂਰਾ ਜਾਂ 135 ਤੋਂ ਮੇਰੇ ਕੋਲੇ ਛੋਟਾ ਹੋਊਗਾ। ਕਿੰਨੇ ਤੇ ਜਾਊਗਾ ਮੇਰੇ ਕੋਲੇ 1 ਤੇ ਜਾਊਗਾ। ਇਹ ਵੀ ਮੇਰੇ ਕੋਲੇ 1 ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ 90 ਆ ਗਿਆ। ਗਾਇਸ ਤੁਸੀਂ ਕਹੋਗੇ ਸਰ 2 ਤੇ ਕਿਉਂ ਨਹੀਂ ਆਉਂਦਾ, 2 ਤੇ ਕਰੂੰਗਾ ਕਿਉਂਕਿ ਮੇਰੇ ਕੋਲ 180 ਆ ਜਾਊਗਾ, ਕਿਉਂਕਿ 90 ਤੋਂ 180 ਹੁੰਦਾ ਨਾ। ਜਦੋਂ ਮੈਂ ਥੱਲੇ 180 ਲਾਉਂਗਾ 180 ਓਬਵੀਅਸਲੀ ਮੇਰੇ ਕੋਲ 135 ਤੋਂ ਕੀ ਹੋਊਗਾ ਵੱਡਾ ਹੋਊਗਾ। ਤਾਂ ਉਸੇ ਤਰੀਕੇ ਨਾਲ ਮੈਂ ਇਹਦੀ ਮਾਈਨਸ ਕਰੂੰਗਾ। 5 ਦੇ ਵਿੱਚੋਂ ਮੈਂ 0 ਮਾਈਨਸ ਕੀਤੀ ਤਾਂ ਮੇਰੇ ਕੋਲੇ 5 ਹੀ ਆਊਗਾ। ਇਸ ਤੋਂ ਬਾਅਦ ਮੈਂ ਦੇਖੋ 3 ਦੇ ਵਿੱਚੋਂ ਮੈਂ 9 ਮਾਈਨਸ ਕਰ ਦੂੰਗਾ, 10 ਦੇ ਵਿੱਚੋਂ ਮੈਂ 9 ਘਟਾ ਦੂੰਗਾ, ਨਹੀਂ ਘਟਾ ਸਕਦਾ ਤਾਂ ਕਰਕੇ ਇਧਰੋਂ ਮੈਂ ਕੀ ਲੈ ਲੂ 1 ਹਾਸਲ ਲੈ ਲੂੰਗਾ। ਤਾਂ ਇਧਰ ਮੇਰੇ ਕੋਲੇ ਕੀ ਬਣ ਗਿਆ 13 ਬਣ ਗਿਆ, ਜਾਨੀ ਕਿ 13 ਬਣ ਗਿਆ। 13 ਦੇ ਵਿੱਚੋਂ ਮੈਂ 9 ਮਾਈਨਸ ਕੀਤਾ ਤਾਂ ਮੇਰੇ ਕੋਲ ਕੀ ਆ ਜਾਊਗਾ 4 ਆ ਜਾਊਗਾ, ਜਾਨੀ ਕਿ ਮੇਰੇ ਕੋਲੇ 4 ਆ ਜਾਊਗਾ। ਹੁਣ ਦੇਖੋ ਮੇਰੇ ਕੋਲੇ ਇਹ ਬਾਕੀ ਆ ਗਿਆ, ਇਹ ਮੇਰੇ ਕੋਲੇ ਕੀ ਆ ਗਿਆ ਬਾਕੀ। ਹੁਣ ਦੱਸੋ ਮੇਰੇ ਕੋਲੇ ਕੀ ਹੈਗਾ, ਮੈਂ ਤੁਹਾਨੂੰ ਕੀ ਦੱਸਿਆ ਵੀ ਜਿਹੜਾ ਬਾਕੀ ਉਹ ਬਾਹਰ ਆਊਗਾ। ਇੱਥੇ ਮੇਰੇ ਕੋਲੇ ਬਾਕੀ 90 ਆ ਗਿਆ ਸੀਗਾ, 90 ਮੇਰੇ ਕੋਲ ਬਾਹਰ ਆ ਗਿਆ, ਜਿਹੜਾ ਇੱਥੇ ਸੀ ਉਹ ਅੰਦਰ ਆ ਗਿਆ। ਉਸੇ ਤਰੀਕੇ ਨਾਲ ਬਾਕੀ ਮੇਰੇ ਕੋਲੇ 45 ਆ, ਇਹ ਬਾਹਰ ਆ ਜਾਊਗਾ, ਜਿਹੜਾ ਮੇਰੇ ਕੋਲ ਇੱਥੇ ਹੋਊਗਾ ਉਹ ਮੇਰੇ ਕੋਲੇ ਅੰਦਰ ਆ ਜਾਊਗਾ। ਤਾਂ ਹੁਣ ਮੇਰੇ ਕੋਲੇ ਕੀ ਆ 45 ਦੂਣਾ ਕਿੰਨਾ ਹੁੰਦਾ 90, 45 ਦੂਣਾ ਮੇਰੇ ਕੋਲ ਕੀ ਹੁੰਦਾ ਹੈਗਾ 90, ਤਾਂ ਕਰਕੇ ਮੇਰੇ ਕੋਲੇ ਕੀ ਆ 90 ਤੇ ਮੇਰੇ ਕੋਲੇ ਪੂਰਾ ਕੀ ਆ ਵੰਡਿਆ ਗਿਆ। ਹੁਣ ਗਾਇਸ ਜਿਹਦੇ ਨਾਲ ਪੂਰਾ ਵੰਡਿਆ ਜਾਵੇ ਉਹ ਮੇਰੇ ਕੋਲੇ ਕੀ ਹੁੰਦਾ ਹੈਗਾ HCF ਹੁੰਦਾ। ਪੂਰਾ ਕਿਤੇ ਵੰਡਿਆ ਗਿਆ ਮੈਨੂੰ ਦੱਸੋ, 45 ਤੇ ਵੰਡਿਆ ਗਿਆ ਤਾਂ ਮੇਰੇ ਕੋਲ 45 ਕੀ ਆ ਗਿਆ HCF ਆ ਗਿਆ। ਇੰਨਾ ਆਸਾਨ ਕੀ ਆ ਸਮਾਂ। ਕਈ ਬੱਚਿਆਂ ਨੂੰ ਸਮਝ ਲੱਗ ਗਈ, ਕਈਆਂ ਨੂੰ ਨਹੀਂ ਲੱਗੀ ਹੋਣੀ। ਜਿਹਨੂੰ ਨਹੀਂ ਲੱਗੀ ਘਬਰਾਉਣ ਦੀ ਕੋਈ ਗੱਲ ਨਹੀਂ, ਆਪਣੇ ਕੋਲੇ 2 ਸਮ ਪਏ ਆ ਹਲੇ, ਬਾਕੀ ਆ ਵੀ ਪਿਆ। ਮੈਂ ਤੁਹਾਡੀ ਕੀ ਤਸੱਲੀ ਕਰਾ ਕੇ ਜਾਊਂਗਾ। ਇੱਕ ਵਾਰ ਤੋਂ ਮੈਂ ਫੇਰ ਦੱਸ ਦਿੰਦਾ ਕਿਸ ਤਰੀਕੇ ਨਾਲ ਕਰਾਂਗੇ ਆਪਾਂ। ਦੇਖੋ ਇਹਨਾਂ ਦੋਨਾਂ ਵਿੱਚੋਂ ਮੇਰੇ ਕੋਲੇ ਵੱਡਾ ਕਿਹੜਾ ਸੀ 225 ਮੈਂ ਅੰਦਰ ਰੱਖ ਲਿਆ, ਤੇ 135 ਛੋਟਾ ਸੀ ਉਹ ਮੈਂ ਕੀ ਰੱਖ ਲਿਆ ਬਾਹਰ ਰੱਖ ਲਿਆ। ਹੁਣ ਦੇਖੋ ਮੈਨੂੰ ਪਤਾ 1 ਤੇ ਜਾਊਗਾ 1 ਤੇ ਜਾਊਗਾ। 135 ਨੂੰ ਮੈਂ ਜਦੋਂ 1 ਤੇ ਗਿਆ ਮੇਰੇ ਕੋਲ 135 ਆਊਗਾ, ਕਿਉਂਕਿ 135 ਨੂੰ 1 ਨਾਲ ਮਲਟੀਪਲਾਈ ਕਰੂੰਗਾ ਤਾਂ ਮੇਰੇ ਕੋਲ ਓਨਾ ਹੀ ਆਊਗਾ 135। ਮੇਰੇ ਕੋਲੇ 1 ਤੇ ਗਿਆ 1 ਤੇ ਗਿਆ ਤਾਂ ਮੈਂ ਇਹਦੇ ਥੱਲੇ ਲਾ ਲਿਆ। ਇਸ ਤੋਂ ਬਾਅਦ ਮੈਂ ਘਟਾ ਕਰਕੇ ਮੇਰੇ ਕੋਲੇ 90 ਆ ਗਿਆ। ਜਿਹੜਾ ਮੇਰੇ ਕੋਲੇ ਬਾਕੀ ਹੁੰਦਾ ਉਹ ਬਾਹਰ ਆ ਜਾਂਦਾ, ਜਿਹੜਾ ਇੱਥੇ ਹੁੰਦਾ ਉਹ ਅੰਦਰ ਆ ਜਾਂਦਾ। ਉਸੇ ਤਰੀਕੇ ਨਾਲ 1 ਤੇ ਗਿਆ ਮੇਰੇ ਕੋਲੇ 90 ਆ ਗਿਆ, ਤਾਂ ਮੈਂ ਮਾਈਨਸ ਕੀਤੀ 45 ਹੈਗਾ। ਜਿਹੜਾ ਬਾਕੀ ਹੁੰਦਾ ਉਹ ਬਾਹਰ ਆ ਗਿਆ, ਜਿਹੜਾ ਇੱਥੇ ਸੀ ਉਹ ਮੇਰੇ ਕੋਲੇ ਅੰਦਰ ਆ ਗਿਆ। 45 ਦੂਣਾ ਮੇਰੇ ਕੋਲੇ 90 ਹੁੰਦਾ, ਜਿਹਦੇ ਮੇਰੇ ਕੋਲੇ ਪੂਰਾ ਵੰਡਿਆ ਜਾਵੇ ਉਹ ਮੇਰੇ ਕੋਲੇ ਕੀ ਹੋਊਗਾ HCF ਹੋਊਗਾ। HCF ਮੇਰੇ ਕੋਲੇ ਕੀ ਹੋ ਗਿਆ ਇਹਦੇ ਵਿੱਚ 45 ਹੋ ਗਿਆ। ਇਸੇ ਤਰੀਕੇ ਨਾਲ ਆਪਾਂ ਨੈਕਸਟ ਕਰਾਂਗੇ। ਹੁਣ ਇਹਦੇ ਵਿੱਚ ਮੇਰੇ ਕੋਲੇ ਨੈਕਸਟ ਹੈਗਾ
196 ਅਤੇ ਮੇਰੇ ਕੋਲ ਕੀ ਹੈ 38220 ਦਾ ਆਪਾਂ ਕੀ ਹੈਗਾ HCF ਪਤਾ ਕਰਾਂਗੇ। ਗਾਇਸ ਦੇਖੋ ਮੈਂ ਇਹਦਾ ਕਿਸ ਤਰੀਕੇ ਨਾਲ ਪਤਾ ਕਰੂੰਗਾ, ਉਸੇ ਤਰੀਕੇ ਨਾਲ ਮੇਰੇ ਕੋਲ ਜਿਹੜਾ ਵੱਡਾ ਹੋਊਗਾ ਉਹ ਮੇਰੇ ਕੋਲ ਅੰਦਰ ਆਊਗਾ, ਜਿਹੜਾ ਛੋਟਾ ਹੋਊਗਾ ਉਹ ਮੇਰੇ ਕੋਲ ਕੀ ਆਊਗਾ ਬਾਹਰ ਆਊਗਾ। ਛੋਟਾ ਮੇਰੇ ਕੋਲ ਕਿਹੜਾ 196 ਇਹ ਬਾਹਰ ਆ ਗਿਆ, ਵੱਡਾ ਮੇਰੇ ਕੋਲ ਕਿਹੜਾ ਹੈਗਾ 382 ਤੇ 20, ਜਾਨੀ ਕਿ ਇਹ ਮੇਰੇ ਕੋਲੇ ਵੱਡਾ, ਇਹ ਮੇਰੇ ਕੋਲੇ ਕੀ ਆ ਗਿਆ ਅੰਦਰ ਆ ਗਿਆ। ਹੁਣ ਮੇਰੇ ਕੋਲ ਦੇਖੋ ਕਿੰਨੇ ਤੇ ਜਾਊਗਾ, ਮੇਰੇ ਕੋਲੇ 1 ਤੇ ਜਾਊਗਾ, ਫਿਰ ਮੇਰੇ ਕੋਲੇ ਗਾਇਸ ਕਿੰਨੇ ਤੇ ਜਾਊਗਾ 1 ਤੇ ਜਾਊਗਾ, 1 ਤੇ ਜਾ ਕੇ ਮੇਰੇ ਕੋਲੇ ਕੀ ਆ ਗਿਆ 196 ਆ ਗਿਆ। ਜਾਨੀ ਕਿ ਤੁਸੀਂ ਕਹੋਗੇ ਸਰ 2 ਤੇ ਕਿਉਂ ਨਹੀਂ ਗਿਆ, 2 ਤੇ ਕਰਕੇ ਦੇਖ ਲਓ ਬਾਈ ਕੀ ਵੱਡੀ ਗੱਲ ਆ, ਕਰੋ ਤੁਸੀਂ ਸਾਰੇ ਜਾਣੇ। ਜਦੋਂ ਮੈਂ 2 ਤੇ ਕਰਿਆ 12 1 ਹਾਸਲ ਆ ਗਿਆ, ਮੇਰੇ ਕੋਲੇ ਕੈਰੀ ਆ ਗਿਆ 18 19 ਮੇਰੇ ਕੋਲੇ 1 ਆ ਗਿਆ, ਫਿਰ ਇਸ ਤੋਂ ਬਾਅਦ ਮੇਰੇ ਕੋਲੇ 2, ਜਾਨੀ ਕਿ ਮੇਰੇ ਕੋਲ ਕਿੰਨਾ ਆ ਜਾਂਦਾ 292 ਆ ਜਾਂਦਾ। ਗਾਇਸ ਮੈਂ ਜਦੋਂ 196 ਨੂੰ ਜਦੋਂ 2 ਤੇ ਕਰੂੰਗਾ ਨਾ ਮੇਰੇ ਕੋਲੇ 12 1 ਗਿਆ 18 19 1 ਗਿਆ 2 ਤੇ 3, ਜਾਨੀ ਕਿ ਗਾਇਸ ਮੇਰੇ ਕੋਲ 392 ਆ ਜਾਂਦਾ। ਮੇਰੇ ਕੋਲ ਕਿੰਨਾ ਆ ਜਾਂਦਾ 392। ਤੁਸੀਂ ਦੱਸੋ 382 ਥਲੇ 392 ਲੱਗ ਜੂਗਾ? ਨਹੀਂ ਲੱਗਦਾ, ਤਾਂ ਓਬਵੀਅਸਲੀ ਨਹੀਂ ਲੱਗਦਾ ਆਪਣੇ ਕੋਲੇ, ਤਾਂ ਕਰਕੇ ਫਿਰ ਮੈਂ ਕਿਤੇ ਜਾਊ ਮੇਰੇ ਕੋਲੇ 1 ਤੇ ਜਾਊਗਾ। ਉਸੇ ਤਰੀਕੇ ਨਾਲ ਮੈਂ 2 ਦੇ ਵਿੱਚੋਂ 6 ਘਟਾ ਦੂੰਗਾ, ਨਹੀਂ ਘਟਾ ਸਕਦਾ, ਤਾਂ ਕਰਕੇ ਮੈਂ 2 ਹਾਸਲ ਲੂੰਗਾ। ਇੱਧਰ ਮੇਰੇ ਕੋਲ ਕੀ ਬਣ ਗਿਆ 12 ਬਣ ਗਿਆ, ਤਾਂ ਮੈਂ 12 ਦੇ ਵਿੱਚੋਂ 6 ਘਟਾਏ ਤਾਂ ਮੇਰੇ ਕੋਲੇ 6 ਆ ਗਏ। ਇਧਰੋਂ ਮੈਂ 1 ਹਾਸਲ ਲੈ ਲਿਆ ਸੀ, ਜਾਨੀ ਕਿ 7 ਰਹਿ ਗਏ। 7 ਦੇ ਵਿੱਚੋਂ 9 ਘਟਾ ਦੂੰ, ਨਹੀਂ ਘਟਾ ਸਕਦਾ, ਤਾਂ ਕਰਕੇ ਇਧਰੋਂ 1 ਹਾਸਲ ਲੈ ਲੂੰ, ਤਾਂ ਮੇਰੇ ਕੋਲੇ 17 ਬਣ ਗਿਆ। ਇੱਧਰ ਇੱਥੇ ਮੇਰੇ ਕੋਲੇ ਕੀ ਰਹਿ ਗਿਆ 2 ਰਹਿ ਗਿਆ। 17 ਦੇ ਵਿੱਚੋਂ ਮੈਂ 9 ਕੱਢੂੰਗਾ ਤਾਂ 8 ਆ ਗਿਆ ਮੇਰੇ ਕੋਲੇ, 2 ਦੇ ਵਿੱਚੋਂ 1 ਕੱਢਿਆ ਤਾਂ ਮੈਂ ਮੇਰੇ ਕੋਲੇ ਕੀ ਰਹਿ ਗਿਆ 1 ਰਹਿ ਗਿਆ। ਜਿਹਨੂੰ ਆ ਫਿਰ ਘਟਾਓ ਨਹੀਂ ਕਰਨੀ ਆਉਂਦੀ ਫਿਰ ਉਹਦਾ ਤਾਂ ਔਖਾ ਕੰਮ ਭਾਈ। ਤੇ ਇਸ ਤੋਂ ਬਾਅਦ ਮੈਂ 186 ਥੱਲੇ 196 ਨਹੀਂ ਲਾ ਸਕਦਾ, ਤਾਂ ਉੱਪਰੋਂ ਮੈਂ ਕੀ ਹੈਗਾ 2 ਉਤਾਰ ਦੂੰਗਾ। ਠੀਕ ਆ, ਹੁਣ ਮੇਰੇ ਕੋਲੇ ਮੈਂ ਇਹਦੇ ਛੋਟਾ ਦੇਖੂੰਗਾ, ਜਾਂ ਤਾਂ ਮੇਰੇ ਕੋਲ 1862 ਹੋਵੇ ਪੂਰਾ, ਜਾਂ ਮੇਰੇ ਕੋਲ 1862 ਤੋਂ ਕੀ ਹੋਵੇ ਛੋਟਾ ਹੋਵੇ, ਤਾਂ ਮੈਂ ਕਿੰਨੇ ਤੇ ਕਰਕੇ ਦੇਖੂੰ, ਇੱਧਰ ਕਰਕੇ ਦੇਖ ਲਓ ਤੁਸੀਂ। ਠੀਕ ਹੈ, ਰਫ ਕੰਮ ਕਰਕੇ ਦੇਖ ਲਓ। ਤਾਂ ਮੈਂ 196 ਨੂੰ 9 ਤੇ ਕਰਕੇ ਦੇਖਿਆ, ਠੀਕ ਆ, ਤਾਂ ਮੇਰੇ ਕੋਲੇ 9 ਸੀ 54 5 ਹਾਸਲ ਆ ਗਏ ਮੇਰੇ ਕੋਲੇ 81 86, ਮੇਰੇ ਕੋਲ 8 ਆ ਗਏ, 9 ਤੇ 8 17, ਜਾਨੀ ਕਿ ਮੇਰੇ ਕੋਲ 1764 ਆ ਗਿਆ। ਜਾਨੀ ਕਿ ਮੇਰੇ ਕੋਲ ਕਿੰਨੇ ਤੇ ਗਿਆ 9 ਤੇ ਗਿਆ, 9 ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ 1764 ਆ ਗਿਆ। ਗਾਇਸ ਤੁਸੀਂ ਕਰਕੇ ਦੇਖ ਲਿਓ ਇੱਧਰ ਰਫ ਕੰਮ ਤੇ, ਜਾਨੀ ਕਿ ਡਿਵਾਈਡ ਵਾਂਗੂ ਮੈਂ ਡਿਵਾਈਡ ਹੀ ਕਰੀ ਜਾਣਾ ਨਾ, ਵੱਡੋ ਕਰੀ ਜਾਣਾ, ਜਿਵੇਂ ਵੱਡੋ ਕਰਦੇ ਨੇ ਉਹ ਵੀ ਵੱਡੋ ਕਰੀ ਜਾਣਾ। 12 ਦੇ ਵਿੱਚੋਂ ਮੈਂ 4 ਕੱਢੇ 8 ਆ ਗਿਆ, ਤਾਂ ਇਸ ਤੋਂ ਬਾਅਦ 6 ਦੇ ਵਿੱਚੋਂ ਮੈਂ 6 ਕੱਢੂ 0 ਆ ਜੂਗੀ। ਠੀਕ ਆ, ਕਿਉਂਕਿ ਇਹਦੇ ਵਿੱਚ ਪਤਾ ਗਾਇਸ ਮੇਰੇ ਕੋਲ ਕੀ ਆ, ਦੇਖੋ ਆ ਜੀ ਇਧਰੋਂ ਮੇਰੇ ਕੋਲ 2 ਦੇ ਵਿੱਚੋਂ 4 ਤਾਂ ਮੈਂ ਘਟਾ ਨਹੀਂ ਸਕਦਾ, ਜਾਨੀ ਕਿ ਮੇਰੇ ਕੋਲ 12 ਬਣ ਗਿਆ। 12 ਚੋਂ ਵਿੱਚੋਂ ਮੈਂ 4 ਕੱਢੇ 8 ਹੋ ਗਿਆ, ਇਧਰੋਂ ਮੈਂ ਇੱਕ ਹਾਸਲ ਲੈ ਲਿਆ, ਜਾਨੀ ਕਿ 5 ਹੋ ਗਏ। 5 ਦੇ ਵਿੱਚੋਂ ਮੈਂ 6 ਘਟਾ ਦੂੰ, ਨਹੀਂ ਮੈਂ ਇਧਰੋਂ ਹਾਸਲ ਲੈ ਲੂੰਗਾ, ਜਾਨੀ ਕਿ 15 ਬਣ ਗਏ। 15 ਦੇ ਵਿੱਚੋਂ ਮੈਂ 6 ਕੱਢੇ 9 ਆ ਗਏ ਮੇਰੇ ਕੋਲੇ। ਇਧਰ ਮੇਰੇ ਕੋਲੇ 7 ਰਹਿ ਗਿਆ ਸੀਗਾ, ਕਿਉਂਕਿ ਇਧਰੋਂ ਇੱਕ ਹਾਸਲ ਲੈਤਾ ਮੈਂ, 7 ਚੋਂ 7 ਕੱਢੂ ਮੇਰੇ ਕੋਲੇ 0 ਆ ਗਈ। 1 ਚੋਂ 1 ਕੱਢੂ ਤਾਂ ਵੀ 0 ਆ ਗਈ। ਉੱਪਰੋਂ ਮੈਂ ਕੀ ਉਤਾਰ ਲਈ 0 ਉਤਾਰ ਲਈ। ਹੁਣ ਮੇਰੇ ਕੋਲੇ ਕਿੰਨੇ ਤੇ ਜਾਊਗਾ, ਮੇਰੇ ਕੋਲੇ 5 ਤੇ ਜਾਊਗਾ। 196 ਨੂੰ ਜਦੋਂ 5 ਨਾਲ ਗੁਣਾ ਕਰੋਗੇ ਤੁਸੀਂ 980 ਹੀ ਆਊਗਾ, ਕਰਕੇ ਦੇਖ ਲਓ ਤੁਸੀਂ। ਤਾਂ ਮੇਰੇ ਕੋਲੇ ਬਾਕੀ ਕਿੰਨਾ ਆ ਗਿਆ 0 ਆ ਗਿਆ। ਕਿੰਨੇ ਤੇ ਜਾ ਕੇ ਮੇਰੇ ਕੋਲੇ 5 ਤੇ ਜਾ ਕੇ 196 ਨੂੰ ਜਦੋਂ ਮੈਂ 5 ਤੇ ਕੀਤਾ ਤਾਂ ਮੇਰੇ ਕੋਲ ਕਿੰਨਾ ਆ ਗਿਆ 980 ਆ ਗਿਆ, ਸੌਰੀ। ਇਸ ਤੋਂ ਬਾਅਦ ਮੇਰੇ ਕੋਲ ਪੂਰਾ ਦੱਸੋ ਕਿਤੇ ਕਿ ਵੰਡਿਆ ਗਿਆ। ਤੁਸੀਂ ਕਹੋਗੇ ਸਰ ਬਾਕੀ ਤਾਂ ਐ ਪੂਰਾ ਕਿਤੇ ਵੰਡਿਆ ਗਿਆ, ਮੇਰੇ ਕੋਲ ਪੂਰੀ ਵੰਡਿਆ ਗਿਆ ਨਾ 196 ਦੇ, ਬਾਕੀ ਨਹੀਂ ਆਇਆ। ਜੇ ਇੱਥੇ ਕੁਝ ਬਾਕੀ ਆਇਆ ਫਿਰ ਤਾਂ ਮੈਂ ਕਹਿੰਦਾ ਬਾਕੀ ਬਈ ਬਾਹਰ ਰੱਖ ਲਓ, ਜਿਹੜੀ ਇੱਥੇ ਚੀਜ਼ ਆ ਉਹ ਅੰਦਰ ਆ ਜੂਗੀ। ਹੁਣ ਬਾਕੀ ਵੀ 0 ਆਇਆ ਮੇਰੇ ਕੋਲ, ਸਾਰਾ ਸੋਲਵ ਕਰੇ ਤੋਂ ਬਾਕੀ ਜਾਨੀ ਕਿ ਮੇਰੇ ਕੋਲ ਇਹਦੇ ਪੂਰਾ ਵੰਡਿਆ ਗਿਆ, ਜਾਨੀ ਕਿ 196 ਦੀ ਪੂਰਾ ਵੰਡਿਆ ਗਿਆ। ਇਹੀ ਮੇਰੇ ਕੋਲ ਕੀ ਆ ਗਿਆ, ਮੇਰਾ HCF ਆ ਗਿਆ। ਮੋਸਟ ਇੰਪੋਰਟੈਂਟ ਸਮ ਆ ਗਾਇਸ ਇਹ ਤਿੰਨੇ। ਠੀਕ ਆ, ਪੇਪਰ ਦੇ ਵਿੱਚ ਹਰ ਵਾਰ ਕੀ ਇਹ ਪੁੱਛਿਆ ਜਾਂਦਾ, ਇਹਨਾਂ ਚੋਂ ਕੋਈ ਨਾ ਕੋਈ ਕੁਐਸਚਨ। ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਥਰਡ ਕਰਾਂਗੇ। ਦੇਖੋ ਦਾ ਥਰਡ ਆਪਾਂ ਕਿਸ ਤਰੀਕੇ ਨਾਲ ਕਰਾਂਗੇ, ਇਹਦੇ ਵਿੱਚ ਤੁਹਾਨੂੰ ਸਾਰਾ ਕੀ ਕਲੈਰੀਫਾਈ ਹੋ ਜਾਊਗਾ ਕਿਸ ਤਰੀਕੇ ਨਾਲ ਕਰਨੇ ਆਪਾਂ ਸਮ। ਦੇਖੋ ਆਪਾਂ ਕਿਸ ਤਰੀਕੇ ਨਾਲ ਕਰਾਂਗੇ। ਤਾਂ ਮੇਰੇ ਕੋਲ 867 ਤੇ 255 ਦਾ ਆਪਾਂ ਕੀ ਉਸੇ ਤਰੀਕੇ ਨਾਲ HCF ਪਤਾ ਕਰਨਾ ਯੂਕਲਿਡ ਵੰਡ ਐਲਗੋਰਿਥਮ ਵਿਧੀ ਰਾਹੀਂ। ਤਾਂ ਮੇਰੇ ਕੋਲ 867 ਨੂੰ ਮੈਂ ਅੰਦਰ ਰੱਖੂੰਗਾ ਕਿਉਂਕਿ ਮੇਰੇ ਕੋਲ ਵੱਡਾ ਇਹ, ਤੇ ਜਿਹੜਾ 255 ਹੈ ਇਹਨੂੰ ਮੈਂ ਕੀ ਰੱਖੂੰਗਾ ਗਾਇਸ ਬਾਹਰ ਰੱਖੂੰਗਾ। ਕਿੰਨੇ ਤੇ ਜਾਊਗਾ ਮੇਰੇ ਕੋਲ 3 ਤੇ ਜਾਊਗਾ। ਕਰਕੇ ਦੇਖਿਓ 255 ਜਦੋਂ ਮੈਂ 3 ਤੇ ਕਰਕੇ ਦੇਖਿਆ ਤਾਂ ਮੇਰੇ ਕੋਲ 15 1 ਆ ਗਿਆ, 15 16 ਮੇਰੇ ਕੋਲ 1 ਆ ਗਿਆ, 6 ਤੇ 1 7, ਯਾਨੀ ਕਿ ਮੇਰੇ ਕੋਲ 765 ਆ ਗਿਆ। 255 ਨੂੰ ਜਦੋਂ ਮੇਰੇ ਕੋਲ 3 ਤੇ ਗਿਆ ਤਾਂ ਮੇਰੇ ਕੋਲ 765 ਆ ਗਿਆ। ਜਦੋਂ 4 ਤੇ ਕਰੂੰਗਾ ਗਾਇਸ ਵੱਡਾ ਆ ਜਾਊਗਾ। ਠੀਕ ਹੈ, ਉਸੇ ਤਰੀਕੇ ਨਾਲ ਕਰਕੇ ਦੇਖ ਲਿਓ। ਤਾਂ ਮੈਂ 7 ਚੋਂ 5 ਘਟਾਏ 2 ਆ ਗਿਆ, ਤਾਂ ਮੇਰੇ ਕੋਲ 6 ਚੋਂ 6 ਘਟਾਏ 0 ਆ ਗਿਆ। 8 ਚੋਂ 7 ਕੱਢੇ ਮੇਰੇ ਕੋਲ 1 ਆ ਗਿਆ, ਯਾਨੀ ਕਿ ਮੇਰੇ ਕੋਲ ਬਾਕੀ ਇਹ ਆ ਗਿਆ। ਯਾਨੀ ਕਿ ਜਿਹੜਾ ਮੇਰੇ ਕੋਲ ਬਾਕੀ ਉਹ ਇਹ ਮੇਰੇ ਕੋਲ ਬਾਹਰ ਆ ਜਾਊਗਾ, ਤਾਂ ਜਿਹੜਾ ਮੇਰੇ ਕੋਲ ਇੱਥੇ ਉਹ ਮੇਰੇ ਕੋਲ ਕੀ ਆ ਅੰਦਰ ਆ ਜਾਊਗਾ। 255 ਕਿੰਨੇ ਤੇ ਜਾਊਗਾ ਮੇਰੇ ਕੋਲ 2 ਤੇ ਜਾਊਗਾ ਗਾਇਸ। ਮੇਰੇ ਕੋਲ ਕਿੰਨੇ ਤੇ ਜਾਊਗਾ 2 ਤੇ ਜਾਊਗਾ।
2 ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ 204 ਆ ਜਾਊਗਾ। ਠੀਕ ਆ, ਕਰਕੇ ਦੇਖ ਲਓ ਤੁਸੀਂ 102 ਨੂੰ 2 ਨਾਲ ਮਲਟੀਪਲਾਈ ਕੀਤਾ ਤਾਂ ਮੇਰੇ ਕੋਲ 104 ਆ ਜਾਊਗਾ। ਜਦੋਂ 3 ਤੇ ਕਰੋਗੇ 306 ਆ ਜਾਊਗਾ। 306 ਜਿਹੜਾ 255 ਤੋਂ ਵੱਡਾ ਹੋਊਗਾ, ਤਾਂ ਕਰਕੇ ਮੇਰੇ ਕੋਲ 102 ਨੂੰ ਮੈਂ 2 ਨਾਲ ਹੀ ਮਲਟੀਪਲਾਈ ਕਰੂੰਗਾ, ਤਾਂ ਕਰਕੇ ਮੇਰੇ ਕੋਲ 204 ਆ ਜਾਊਗਾ। ਇਸ ਤੋਂ ਬਾਅਦ ਮੈਂ 5 ਦੇ ਵਿੱਚੋਂ 4 ਮਾਈਨਸ ਕੀਤੀ 1 ਆ ਗਿਆ। 5 ਤੋਂ 0 ਘਟਾਉਂਗਾ ਤਾਂ ਮੇਰੇ ਕੋਲ ਉਹੀ ਆ ਜਾਊਗਾ, ਯਾਨੀ ਕਿ 5 ਹੀ ਆ ਜਾਊਗਾ। 2 ਦੇ ਵਿੱਚੋਂ 2 ਮਾਈਨਸ ਕੀਤੇ ਤਾਂ ਮੇਰੇ ਕੋਲ 0 ਹੀ ਆਊਗਾ। ਇਹ ਮੇਰੇ ਕੋਲੇ ਬਾਹਰ ਆ ਗਿਆ, ਜਿਹੜਾ ਇੱਥੇ ਉਹ ਮੇਰੇ ਕੋਲ ਕੀ ਆ ਜਾਊਗਾ ਅੰਦਰ ਆ ਜਾਊਗਾ। 102 ਮੇਰੇ ਕੋਲ ਕੀ ਆ ਗਿਆ ਅੰਦਰ ਆ ਗਿਆ। 51 ਦੂਣਾ ਮੇਰੇ ਕੋਲ ਕਿੰਨਾ ਹੁੰਦਾ, 51 ਦੂਣਾ ਮੇਰੇ ਕੋਲ 102 ਹੁੰਦਾਗਾ, ਯਾਨੀ ਕਿ ਮੇਰੇ ਕੋਲ ਪੂਰਾ ਕਿਤੇ ਵੰਡਿਆ ਗਿਆ ਮੇਰੇ ਕੋਲ 51 ਤੇ, ਤਾਂ ਫਿਰ ਮੇਰੇ ਕੋਲ HCF ਕਿੰਨਾ ਆ ਜਾਊਗਾ 52 ਆ ਜਾਊਗਾ। ਇਹੀ ਮੇਰਾ ਕੀ ਆ ਆਨਸਰ ਆਗਾ ਗਾਇਸ। ਇਸ ਤਰੀਕੇ ਨਾਲ ਆਪਾਂ ਕੀ ਇਹ ਸਮ ਕਰਨਾਗਾ, ਕਿਉਂਕਿ ਦੇਖੋ ਇਹਦੇ ਵਿੱਚ ਮੇਰੇ ਕੋਲੇ 255 ਨੂੰ ਮੈਂ 3 ਤੇ ਕੀਤਾ ਤਾਂ ਮੇਰੇ ਕੋਲ 765 ਆ ਗਿਆ, ਯਾਨੀ ਕਿ ਮੇਰੇ ਕੋਲ ਇਹ ਤੋਂ ਮੈਂ ਛੋਟਾ ਦੇਖਣਾ, ਆਪ ਦੇਖਣਾ, ਮੈਂ 4 ਤੇ ਕਰਦਾ ਤਾਂ ਮੇਰੇ ਕੋਲ ਵਧ ਜਾਂਦਾ। ਠੀਕ ਆ, ਤਾਂ ਕਰਕੇ ਮੈਂ 3 ਤੇ ਕਰਕੇ ਦੇਖਿਆ, ਇਹ ਤੋਂ ਛੋਟਾ ਮੇਰੇ ਕੋਲ 765 ਆਇਆ। ਇਸ ਤੋਂ ਬਾਅਦ ਮੈਂ ਮਾਈਨਸ ਕਰਤੀ, ਮੈਂ ਦੇਖਿਆ ਵੀ ਯਾਰ 102 ਮੇਰੇ ਕੋਲ ਬਾਕੀ ਆਇਆ, ਜਿਹੜਾ ਬਾਕੀ ਉਹ ਬਾਹਰ ਆ, ਜਿਹੜਾ ਇੱਥੇ ਉਹ ਅੰਦਰ ਆ ਜਾਊਗਾ। ਫਿਰ 102 ਨੂੰ 2 ਤੇ ਕੀਤਾ ਤਾਂ 204 ਆ ਗਿਆ, ਬਾਕੀ ਮੇਰੇ ਕੋਲ 51 ਆ ਗਿਆ। 51 ਬਾਹਰ ਆ ਗਿਆ, ਜਿਹੜਾ ਇੱਥੇ ਸੀ ਉਹ ਅੰਦਰ ਆ ਗਿਆ। ਜੇ ਇੱਥੇ ਵੀ ਮੇਰੇ ਕੋਲ ਕੁਛ ਆ ਜਾਂਦਾ, ਮੰਨ ਕੇ ਚਲੋ ਮੇਰੇ ਕੋਲੇ 3 ਬਾਕੀ ਆ ਜਾਂਦਾ, ਤਾਂ 3 ਬਾਹਰ ਆ ਜਾਂਦਾ, ਆ ਮੇਰੇ ਕੋਲ ਇੱਥੇ ਆ ਜਾਂਦਾ। ਕੀ ਵੱਡੀ ਗੱਲ ਸੀ, ਜਿੰਨਾ ਟਾਈਮ 0 ਨਹੀਂ ਹੁੰਦੀ ਉਹਨਾਂ ਟਾਈਮ ਤੁਸੀਂ ਕੀ ਹੈਗਾ ਚੱਲੀ ਜਾਣਾਗਾ। ਹੁਣ ਮੇਰੇ ਕੋਲੇ ਇਹਦੇ ਕੀ ਆ ਪੂਰਾ ਵੱਡਾ ਗਿਆ, ਮੇਰੇ ਕੋਲੇ 0 ਆ ਗਿਆ ਬਾਕੀ, ਤਾਂ ਕਰਕੇ ਮੇਰੇ ਕੋਲ HCF ਵੀ ਇਹੀ ਆ ਜਾਊਗਾ, ਯਾਨੀ ਕਿ ਮੇਰੇ ਕੋਲ HCF ਕਿੰਨਾ ਆ ਜਾਊਗਾ 51। ਇਸ ਤਰੀਕੇ ਨਾਲ ਆਪਾਂ ਗਿਆ ਫਸਟ ਪਾਰਟ ਗਿਆ ਕੰਪਲੀਟ ਕਰਤਾ ਗਾਇਸ। ਇਹਦੇ ਵਿੱਚ ਜਿਹੜੇ ਮੋਸਟ ਇੰਪੋਰਟੈਂਟ ਸਾਹਮਣਾ ਫਸਟ ਚੈਪਟਰ ਦੇ ਵਿੱਚ ਫਸਟ ਐਕਸਰਸਾਈਜ਼ ਦੇ ਵਿੱਚ ਮੈਂ ਉਹੀ ਕਰਾਂਗਾ, ਜਿਹੜਾ ਫਾਲਤੂ ਕੁਐਸਚਨ ਆ ਜਿਹੜਾ ਪੇਪਰ ਦੇ ਵਿੱਚ ਅੱਜ ਤੱਕ ਕਿਸੇ ਨੇ ਪੁੱਛੀ ਨਹੀਂਗਾ, ਉਹ ਆਪਾਂ ਸਾਹਮਣੇ ਇਹਦੇ ਵਿੱਚ ਕਰਦੇ। ਠੀਕ ਆ, ਜਿਹਨੇ ਆਪਣੇ ਕੋਲੇ ਇੰਪੋਰਟੈਂਟ ਸਮ ਹੋਣਗੇ ਸਾਰੇ ਆਪਾਂ ਗਿਆ ਉਹੀ ਇਹਦੇ ਵਿੱਚ ਕਵਰ ਕਰਾਂਗੇ। ਇਸ ਤੋਂ ਬਾਅਦ ਗਾਇਸ ਆਪਣੇ ਕੋਲੇ ਐਕਸਰਸਾਈਜ਼ 1.2 ਦਾ ਆਪਣੇ ਕੋਲੇ ਫਸਟ ਪਾਰਟ ਆਇਆ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਇਕੱਲੇ ਮੋਸਟ ਇੰਪੋਰਟੈਂਟ ਸਮ ਆਪਾਂ ਉਹੀ ਕਰਾਂਗੇ। ਠੀਕ ਆ, ਮੇਰੇ ਕੋਲ ਦੇਖੋ ਇਹਦੇ ਵਿੱਚ ਆਪਾਂ ਨੂੰ ਕੀ ਕਹਿੰਦੇ ਹੈਗੇ, ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। ਜਿੰਨੇ ਵੀ ਮੇਰੇ ਕੋਲ ਆਹ ਸੰਖਿਆ ਹੈਗੀ, ਇਹਦੇ ਮੈਂ ਕਿਹਾ ਗੁਣਨਫਲ ਬਣਾਉਣੇ ਹੈਗੇ। ਦੇਖੋ ਮੈਨੂੰ ਇਹਦੇ ਗੁਣਨਫਲ ਕਿਸ ਤਰੀਕੇ ਨਾਲ ਬਣਾਉਂਗਾ, ਸਾਰਿਆਂ ਨੂੰ ਵੈਸੇ ਆਉਂਦੀ ਹੈਗੇ, 4th ਕਲਾਸ ਤੋਂ ਚੱਲ ਪੈਂਦੇ ਆਪਾਂ। ਠੀਕ ਹੈ, ਇਹਦੇ ਗੁਣਨਫਲ ਬਣਾਉਣੇ ਤੁਹਾਨੂੰ ਸਾਰਿਆਂ ਨੂੰ ਕੀ ਆਉਂਦੇ ਹੋਣਗੇ, ਯਾਨੀ ਕਿ ਮੇਰੇ ਕੋਲ 140 ਨੂੰ ਆਪਾਂ ਕਿਸ ਤਰੀਕੇ ਨਾਲ ਇਹਦੇ ਗੁਣਨਫਲ ਬਣ ਗਏ, ਮੈਂ ਇੱਥੇ 140 ਨੂੰ ਲਿਖ ਲੂੰਗਾ, ਜਿਹਦੇ ਮਗਰ ਮੇਰੇ ਕੋਲੇ 0 ਹੋਵੇ, 2 ਹੋਵੇ, 4 ਹੋਵੇ, 6 ਹੋਵੇ ਤੇ 8 ਹੋਵੇ। ਉਹ ਗਾਇਸ ਸਭ ਤੋਂ ਪਹਿਲਾਂ ਕਿਤੇ ਜਾਂਦਾ ਹੁੰਦਾ 2 ਤੇ ਜਾਂਦਾ ਹੁੰਦਾ। ਠੀਕ ਆ, ਜਦੋਂ ਇਹ ਮੇਰੇ ਕੋਲੇ 2 ਤੇ ਗਿਆ ਤਾਂ ਮੇਰੇ ਕੋਲ ਕੀ ਆ ਗਿਆ 70 ਆ ਗਿਆ। ਹੁਣ ਇਹਦੇ ਮਗਰ ਵੀ 0 ਆ ਗਈ, ਦਾ ਮਤਲਬ 2 ਤੇ ਜਾਊਗਾ। ਜਦੋਂ ਮੇਰੇ ਕੋਲੇ 2 ਤੇ ਗਿਆ ਤਾਂ ਮੇਰੇ ਕੋਲ ਕੀ ਆ ਗਿਆ 35 ਆ ਗਿਆ। ਹੁਣ ਮੇਰੇ ਕੋਲ ਦੇਖੋ ਮੇਰੇ ਕੋਲੇ 35 ਹੈਗਾ, 35 ਮੇਰੇ ਕੋਲੇ ਇਸ ਤੋਂ ਬਾਅਦ ਮੈਂ 3 ਦੇ ਟੇਬਲ ਤੇ ਜਾਊ, ਮੇਰੇ ਕੋਲ 3 ਦੇ ਪਹਾੜੇ ਤੇ ਜਾਊ, 35 ਨਹੀਂ ਜਾਂਦਾ। ਇਸ ਤੋਂ ਬਾਅਦ ਕਿਹਦੇ ਪਹਾੜੇ ਤੇ ਜਾਊਗਾ, ਮੇਰੇ ਕੋਲੇ 5 ਦੇ ਪਹਾੜੇ ਤੇ ਜਾਊਗਾ। ਜਦੋਂ 35 5 ਦੇ ਪਹਾੜੇ ਤੇ ਗਿਆ ਤਾਂ ਮੇਰੇ ਕੋਲੇ 7 ਆ ਗਿਆ। 7 ਮੇਰੇ ਕੋਲੇ 7 ਤੇ ਜਾਣਾ ਹੁੰਦਾ ਤੇ ਕੀ ਆ ਗਿਆ ਮੇਰੇ ਕੋਲੇ 1 ਆ ਗਿਆ। ਜੇ ਕਿਸੇ ਨੂੰ ਨਹੀਂ ਸਮਝ ਲੱਗੀ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਮੈਂ ਸਮਝਾਉਂ ਕਿਸ ਤਰੀਕੇ ਨਾਲ ਆਇਆ। ਠੀਕ ਹੈ ਗਾਇਸ, ਜਾਨੀ ਕਿ ਇਹਦੇ ਵਿੱਚ ਮੇਰੇ ਕੋਲੇ ਕੀ ਹੈਗਾ, ਜਿਹਦੇ ਮਗਰ ਮੇਰੇ ਕੋਲੇ 0 ਹੋਵੇ, ਹਨਾ 0 ਹੋਵੇ, 2 ਹੋਵੇ, 4 ਹੋਵੇ, 6 ਹੋਵੇ ਤੇ 8 ਹੋਵੇ, ਉਹ ਮੈਂ ਤੁਹਾਨੂੰ ਕੀ ਕਿਹਾ, ਸਭ ਤੋਂ ਪਹਿਲਾਂ ਕਿਤੇ ਜਾਣਾ ਹੁੰਦਾ 2 ਤੇ ਜਾਣਾ ਹੁੰਦਾ। ਜਾਨੀ ਕਿ ਇੱਥੇ ਦੇਖੋ ਇਹਦੇ ਮਗਰ 0 ਆ, ਜਾਨੀ ਕਿ ਇਹਦਾ ਮਤਲਬ ਇਹ 2 ਦੇ ਪਹਾੜੇ ਤੇ ਜਾਊਗਾ। ਇਹਦੇ ਮਗਰ 6 ਆ, ਇਹ ਵੀ ਇਹਦਾ ਮਤਲਬ 2 ਦੇ ਪਹਾੜੇ ਤੇ ਜਾਊਗਾ। ਇਹਦੇ ਮਗਰ 5 ਆ, ਇਹਦਾ ਮਤਲਬ ਇਹ 2 ਦੇ ਪਹਾੜੇ ਤੇ ਨਹੀਂ ਜਾਂਦਾ। ਇਹਦੇ ਮਗਰ 5 ਆ, ਇਹ ਵੀ 2 ਦੇ ਪਹਾੜੇ ਤੇ ਨਹੀਂ ਜਾਂਦਾ। ਇਹਦੇ ਮਗਰ 9 ਆ, ਇਹਦਾ ਮਤਲਬ ਇਹ ਵੀ ਕੀ ਹੈਗਾ 2 ਦੇ ਪਹਾੜੇ ਤੇ ਨਹੀਂ ਜਾਂਦਾ। ਗਾਇਸ 2 ਦਾ ਪਹਾੜੇ ਤੇ ਉਹੀ ਜਾਊਗਾ, ਮੇਰੇ ਕੋਲ ਉਹੀ ਨੰਬਰ ਜਾਊਗਾ ਜਿਹਦੇ ਮਗਰ ਮੇਰੇ ਕੋਲੇ 0 ਹੋਈ, 2 ਹੋਈ ਤੇ 4 ਹੋਈ ਤੇ 6 ਹੋਈ ਤੇ 8 ਹੋਈ। ਜਾਂ ਤੁਸੀਂ ਕੀ ਕਰਿਆ ਕਰੋ, ਸਿੱਧਾ ਤੁਸੀਂ 2 ਦੇ ਪਹਾੜੇ ਤੋਂ ਲੱਗ ਜਾਇਆ ਕਰੋ। 140 ਦੇ ਮੈਂ ਗੁਣਨਖੰਡ ਬਣਾਉਣੇ ਆ, ਇਹਦੇ 140 ਨੂੰ ਲੱਗ ਜਾਓ, 2 ਤੇ ਲੱਗ ਜਾਓ। ਜਿਹਨੂੰ ਨਹੀਂ ਆਉਂਦੇ ਮੈਂ ਉਹਨੂੰ ਦੱਸਦਾ, ਜਿਹਨੂੰ ਆਉਂਦੇ ਤਾਂ ਕੋਈ ਗੱਲ ਨਹੀਂ। 2 ਦੇ ਪਹਾੜੇ ਤੇ ਗਿਆ ਮੇਰੇ ਕੋਲੇ 7 ਦੂਣੀ 14, ਜਾਨੀ ਕਿ ਮੇਰੇ ਕੋਲੇ 0 ਆ ਗਿਆ, ਨਾ ਜਾਂਦੀ 0 ਆਪਣੇ ਕੋਲੇ ਉੱਪਰ ਵਗ ਗਈ। 2 ਦੇ ਪਹਾੜੇ ਤੇ ਜਾ ਕੇ ਮੇਰੇ ਕੋਲੇ ਕਿੰਨਾ ਆ ਗਿਆ 70 ਆ ਗਿਆ। ਠੀਕ ਆ, 70 ਆ ਗਿਆ। ਠੀਕ ਆ, ਇਸ ਤੋਂ ਬਾਅਦ ਮੇਰੇ ਕੋਲੇ ਨੈਕਸਟ ਮੇਰੇ ਕੋਲੇ ਫਿਰ 70 ਕਿਤੇ ਜਾਊਗਾ, ਫਿਰ 2 ਤੋਂ ਲੱਗ ਜਾਓ, ਜਾਨੀ ਕਿ ਮੇਰੇ ਕੋਲੇ 3 ਦੂਣੀ 6, ਮੇਰੇ ਕੋਲ 1 0 ਆ ਗਿਆ, ਕਿਉਂਕਿ 1 ਆ ਗਿਆ ਨਾ, ਇੱਥੋਂ 0 ਉਤਾਰ ਲਈ ਮੈਂ। 5 ਦੂਣੀ 10, ਜਾਨੀ ਕਿ ਮੇਰੇ ਕੋਲੇ 2 ਦੇ ਪਹਾੜੇ ਤੇ ਜਾ ਕੇ ਮੇਰੇ ਕੋਲੇ 35 ਹੈਗਾ। 2 ਦੇ ਪਹਾੜੇ ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ 35 ਹੈਗਾ। ਹੁਣ ਤੁਸੀਂ ਕਹੋਗੇ 35, ਫਿਰ ਤੁਸੀਂ ਕਹੋਗੇ 35 2 ਦੇ ਪਹਾੜੇ ਤੇ ਗਿਆ ਜਦੋਂ ਮੈਂ, ਤਾਂ ਮੇਰੇ ਕੋਲ 1 ਦੂਣੀ 1 ਆ ਗਿਆ 5, 7 ਦੂਣੀ 14, ਜਾਨੀ ਕਿ ਮੇਰੇ ਕੋਲ 1 ਕੀ ਆ ਬਾਕੀ ਹੈਗਾ। ਇਹਦਾ ਮਤਲਬ ਇਹ 2 ਦੇ ਪਹਾੜੇ ਤੇ ਨਹੀਂ ਜਾਂਦਾ। ਜੇ ਬਾਕੀ ਹੈਗਾ ਇਹਦਾ ਮਤਲਬ ਨਹੀਂ ਜਾਂਦਾ, ਬਾਕੀ ਹੈਗਾ ਆਪਣੇ ਕੋਲ, ਫਿਰ ਮੈਂ 3 ਦੇ ਪਹਾੜੇ ਤੇ ਕਰਕੇ ਦੇਖੂੰਗਾ 35 ਨੂੰ। ਜਦੋਂ ਮੇਰੇ ਕੋਲ 3 ਦੇ ਪਹਾੜੇ ਤੇ ਗਿਆ ਤਾਂ ਮੇਰੇ ਕੋਲੇ 5 1 ਤੇ ਗਿਆ, ਫਿਰ ਮੇਰੇ ਕੋਲੇ
मेरे को की आ गया 2 की आ बाकी आ गया ਇਹਦਾ ਮਤਲਬ 3 ਦੇ ਪਹਾੜੇ ਤੇ ਵੀ ਨਹੀਂ ਆਂਦਾ। ਇਸੇ ਤਰੀਕੇ ਨਾਲ 4 ਦੇ ਪਹਾੜੇ ਤੇ ਵੀ ਨਹੀਂ ਆਂਦਾ, 5 ਦੇ ਪਹਾੜੇ ਤੇ ਜਾਊਗਾ। ਦੇਖੋ ਮੇਰੇ ਕੋਲੇ 35 ਕਿਹਦੇ ਪਹਾੜੇ ਤੇ ਜਾਊਗਾ, ਮੇਰੇ ਕੋਲੇ 5 ਦੇ ਪਹਾੜੇ ਤੇ ਜਾਊਗਾ। 7 5 35 ਤਾਂ ਮੇਰੇ ਕੋਲੇ ਕਿੰਨਾ ਆ ਗਿਆ 5 ਦੇ 4 ਕੇ ਮੇਰੇ ਕੋਲੇ 7 5 35 ਆ ਗਿਆ, ਯਾਨੀ ਕਿ 5 ਦੇ ਪਹਾੜੇ ਤੇ ਗਿਆ ਤਾਂ ਮੇਰੇ ਕੋਲ ਕਿੰਨਾ ਆ ਗਿਆ 7 ਆ ਗਿਆ। 7 ਮੇਰੇ ਕੋਲ 7 ਦੇ ਪਹਾੜੇ ਤੇ ਜਾਊਗਾ, ਕਿੰਨਾ ਆ ਗਿਆ 52 ਆ ਗਿਆ। ਇਸ ਤਰੀਕੇ ਨਾਲ ਆਪਾਂ ਇਹਨੂੰ ਕੀ ਹੈਗਾ ਕਰ ਸਕਦੇ ਹਾਂ ਗਾਇਸ। ਇਹਦੇ ਵਿੱਚ ਮੈਂ ਤੁਹਾਨੂੰ ਗੱਲ ਹੋਰ ਦੱਸ ਦੇਣਾ, ਸਭ ਤੋਂ ਪਹਿਲਾਂ ਕੀ ਹੈਗਾ ਇਹ ਛੋਟੇ ਪਹਾੜੇ ਤੇ ਗਿਆ ਜਾਊਗਾ, ਯਾਨੀ ਕਿ ਸਭ ਤੋਂ ਪਹਿਲਾਂ 2 ਤੇ ਫਿਰ ਅਦੂ ਵੱਡਾ ਫਿਰ ਅਦੂ ਵੱਡਾ। ਐ ਨਹੀਂ ਹੈਗਾ ਵੀ ਇੱਥੇ ਤੁਸੀਂ ਪਹਿਲਾਂ 5 ਤੇ ਵੰਡੋ ਕਰਤੀ ਫਿਰ 2 ਤੇ ਕਰੀ ਜਾਂਦੇ ਹੋ, ਇਹਦਾ ਮਤਲਬ ਤੁਹਾਡੇ ਕੋਲੇ ਕੀ ਆ ਸਵਾਲ ਕੀ ਹੋ ਜਾਊਗਾ, ਗਲਤ ਹੋ ਜਾਊਗਾ। ਸਭ ਤੋਂ ਪਹਿਲਾਂ ਛੋਟੇ ਜਿਹੜਾ ਟੇਬਲ ਹੈਗਾ ਉਹ ਤੇ ਆਪਾਂ ਨੂੰ ਕੀ ਡਿਵਾਈਡ ਕਰਨਾ ਪਊਗਾ, ਛੋਟਾ ਪਹਾੜ ਹੈਗਾ ਉਹ ਤੇ ਆਪਾਂ ਨੂੰ ਕੀ ਹੈਗਾ ਡਿਵਾਈਡ ਕਰਨਾ ਪਊਗਾ। ਤਾਂ ਮੇਰੇ ਕੋਲ 140 ਦੇ ਕਿਹੜੇ ਗੁਣਨਖੰਡ ਬਣ ਗਏ, ਫਿਰ ਮੇਰੇ ਕੋਲੇ 2 ਗੁਣਾ 2 ਗੁਣਾ 5 ਗੁਣਾ 7, ਯਾਨੀ ਕਿ ਆਹ ਸਾਰੇ ਕੀ ਹੈਗਾ ਇਹਦੇ ਕੀ ਬਣ ਗਏ ਗੁਣਨਖੰਡ ਬਣ ਗਏ। ਉਸੇ ਤਰੀਕੇ ਨਾਲ ਮੈਂ ਕੀ ਇਹ ਲਿਖਤੇ। ਜਿਹਨੂੰ ਨਹੀਂ ਸਮਝ ਲੱਗੀ ਕੋਈ ਦਿੱਕਤ ਵਾਲੀ ਗੱਲ ਨਹੀਂ, ਆਪਣੇ ਕੋਲੇ ਕੀ ਆ ਬਾਕੀ 4 ਸਾਮ ਪਏ ਆ, ਉਹਦੇ ਵਿੱਚ ਤੁਹਾਨੂੰ ਕੀ ਹੈਗਾ ਕਲੈਰੀਫਾਈ ਹੋ ਜਾਊਗਾ। ਗਾਇਸ ਜੇ ਤੁਸੀਂ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਠੀਕ ਆ। ਇਹਦੇ ਵਿੱਚ ਆਪਾਂ ਸਾਰਾ ਮੈਥ ਕੀ ਹੈਗਾ ਕਰਾਂਗੇ, ਫੁੱਲ ਕੋਰਸ ਆਪਾਂ ਮੈਥ ਦਾ ਕਰਾਂਗੇ। ਜਿਹੜੀ ਵੀ ਮੈਂ ਵੀਡੀਓ ਨਵੀਂ ਅਪਲੋਡ ਕਰਿਆ ਕਰੂੰਗਾ ਉਹਦੀ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜਾਇਆ ਕਰੂਗੀ, ਤਾਂ ਕਿ ਤੁਸੀਂ ਕੀ ਹੈਗਾ ਉਹਨੂੰ ਟਾਈਮ ਸਿਰ ਦੇਖ ਸਕੋ। ਸਬਸਕ੍ਰਾਈਬ ਕਰਨ ਦਾ ਇਹੀ ਆਪਣੇ ਕੋਲੇ ਕੀ ਆ ਫਾਇਦਾ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਕੀ 156 ਦੇ ਆਪਾਂ ਕੀ ਹੈਗਾ ਗੁਣਨਖੰਡ ਬਣਾਵਾਂਗੇ। 156 ਦੇ ਆਪਾਂ ਕਿਸ ਤਰੀਕੇ ਨਾਲ ਗੁਣਨਖੰਡ ਬਣਾਵਾਂਗੇ, ਹੁਣ ਇਹਦੇ ਮਗਰ 6 ਹੈਗਾ ਤੁਹਾਨੂੰ ਦੱਸਿਆ, ਜਿਹਦੇ ਮਗਰ 0 ਹੋਵੇ 2 ਹੋਵੇ 4 ਹੋਵੇ 6 ਹੋਵੇ 8 ਹੋਵੇ ਉਹ ਮੇਰੇ ਕੋਲ 2 ਦੇ ਪਹਾੜੇ ਤੇ ਜਾਂਦਾ। ਇਹਦੇ ਮਗਰ 6 ਹੈਗਾ 2 ਦੇ ਪਹਾੜੇ ਤੇ ਆਊਗਾ। ਜਦੋਂ ਮੇਰੇ ਕੋਲ 2 ਦੇ ਪਹਾੜੇ ਤੇ ਗਿਆ, 2 ਤੇ ਪਹਾੜੇ ਤੇ ਵੰਡਣ ਦਾ ਮਤਲਬ ਅੱਧ, ਯਾਨੀ ਕਿ ਇਹਦਾ ਅੱਧ ਕਰ ਦਿਆ ਕਰੋ। 2 ਦੇ ਪਹਾੜੇ ਤੇ ਵੰਡਿਆ ਤਾਂ ਤੁਸੀਂ ਆਦੇ 7 ਦੂਣੀ 14, 1 ਵੱਜ ਗਿਆ, 1 ਵੱਜ ਗਿਆ, ਇੱਥੋਂ 6 ਤਾਰ ਲਿਆ, 8 ਦੂਣੀ 16। ਉਸ ਤਰੀਕੇ ਨਾਲ 2 ਦੇ ਪਹਾੜੇ ਤੇ ਗਿਆ, 3 ਦੂਣੀ 6, 3 ਦੂਣੀ 6 ਹੁੰਦਾ ਨਾ, 1 ਵੱਜ ਗਿਆ, 9 ਦੂਣੀ 18। ਹੁਣ ਮੇਰੇ ਕੋਲ ਦੱਸੋ 39 ਜਾਂਦਾ 2 ਦੇ ਪਹਾੜੇ ਤੇ ਨਹੀਂ ਆਉਂਦਾ 39, ਤਾਂ ਹੁਣ ਇਸ ਤੋਂ ਬਾਅਦ ਨੈਕਸਟ ਯਾਨੀ ਕਿ 2 ਤੋਂ ਬਾਅਦ ਕੀ ਆਉਂਦਾ 3, 3 ਦੇ ਪਹਾੜੇ ਤੇ ਮੈਂ ਡਿਵਾਈਡ ਕਰਕੇ ਦੇਖੂੰਗਾ। ਸਿੱਧਾ ਨਾ ਕਹੋ 13 ਕੀ ਆ 39 ਗਲਤ ਹੋ ਜਾਊਗਾ। 2 ਤੋਂ ਬਾਅਦ 3 ਤੇ ਆਉਣਾ, 3 ਤੇ ਡਿਵਾਈਡ ਕਰਕੇ ਦੇਖਿਓ, 1 30 ਆ, ਫਿਰ 9 ਉੱਪਰ ਉਤਾਰ ਲੈ, 30 9 ਆ ਗਿਆ, ਯਾਨੀ ਕਿ ਮੇਰੇ ਕੋਲ ਪੂਰਾ ਵੰਡਿਆ ਗਿਆ। ਯਾਨੀ ਕਿ 3 ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ 13 ਆ ਗਿਆ। 13 ਮੇਰੇ ਕੋਲ ਹਮੇਸ਼ਾ 13 ਤੇ ਹੀ ਜਾਂਦਾ ਹੁੰਦਾ, ਇਸ ਤਰੀਕੇ ਕਰਕੇ ਮੇਰੇ ਕੋਲ ਕੀ ਆ ਗਿਆ 1 ਆ ਗਿਆ। ਹੁਣ ਮੇਰੇ ਕੋਲੇ ਦੇਖੋ ਗਾਇਸ, ਮੇਰੇ ਕੋਲੇ 156 ਦੇ ਕਿਹੜੇ ਕਿਹੜੇ ਗੁਣਨਖੰਡ ਬਣ ਕੇ ਮੈਂ ਉਸੇ ਤਰੀਕੇ ਨਾਲ ਲਿਖ ਦੂੰਗਾ। 156 ਦੇ ਮੇਰੇ ਕੋਲੇ ਕਿਹੜੇ ਕਿਹੜੇ ਗੁਣਨਖੰਡ ਬਣਿਆ, 2 ਗੁਣਾ 2 ਗੁਣਾ 3 ਗੁਣਾ 13, ਇਹ ਮੇਰੇ ਕੋਲ ਸਾਰੇ ਕੀ ਬਣ ਗਏ ਦੇ ਗੁਣਨਖੰਡ ਬਣ ਗਏ। ਇਸ ਤਰੀਕੇ ਨਾਲ ਮੈਂ ਕੀ ਇਹਨੂੰ ਕੀ ਆ ਸੋਲਵ ਕਰ ਸਕਦਾ। ਇਸ ਤੋਂ ਬਾਅਦ ਨੈਕਸਟ ਕਰੂੰਗਾ ਮੈਂ ਥਰਡ ਸਮ। ਇਹਦਾ ਥਰਡ ਸਮ ਮੈਂ ਕਿਸ ਤਰੀਕੇ ਨਾਲ ਕਰੂੰਗਾ, 38 to 5 ਕਿਸ ਤਰੀਕੇ ਨਾਲ ਕਰੂੰਗਾ ਮੈਂ। ਦੇਖੋ ਮੇਰੇ ਕੋਲੇ ਕੀਤੇ ਜਾਊਗਾ, ਸਭ ਤੋਂ ਪਹਿਲਾਂ ਮੇਰੇ ਕੋਲੇ 2 ਤੇ ਦਾ ਜਾਂਦਾ ਨਹੀਂ ਗਾਇਸ, ਠੀਕ ਆ। ਜਿਹੜਾ ਮੇਰੇ ਕੋਲੇ ਕੀ ਹੈਗਾ 2 ਤੇ ਦਾ ਜਾਂਦਾ ਨਹੀਂ, ਮੈਂ 3 ਤੇ ਕਰਕੇ ਦੇਖੂਗਾ। ਇਸ ਤੋਂ ਬਾਅਦ 3 ਤੇ ਕਰਦੀ ਮੈਂ ਇੱਕ ਤੁਹਾਨੂੰ ਟ੍ਰਿਕ ਦੱਸਦਾ, 3 ਤੇ ਕਿਵੇਂ ਪਤਾ ਲੱਗੂ ਵੀ 3 ਦੇ ਪਹਾੜੇ ਤੇ ਜਾਊਗਾ। ਇਹਨਾਂ ਸਾਰੀਆਂ ਡਿਜਿਟ ਨੂੰ ਕਿਆ ਸਮ ਕਰ ਦੋ ਤੁਸੀਂ। ਮੇਰੇ ਕੋਲੇ 3 ਦਿੱਤਾ, 8 ਦਿੱਤਾ, 2 ਦਿੱਤਾ ਤੇ 5 ਦਿੱਤਾ। ਇਹਨਾਂ ਜਿਹੜੀਆਂ ਵੀ ਆ ਡਿਜਿਟਾਂ ਹੈਗੀਆਂ ਨਾ, ਇਹਨਾਂ ਦਾ ਜੋੜ ਕਰ ਲਓ। ਜੋੜਾ ਜਦੋਂ ਮੈਂ 11 11 ਤੇ 2 ਮੇਰੇ ਕੋਲੇ ਕਿੰਨਾ ਹੁੰਦਾ, 11 ਤੇ 2 ਮੇਰੇ ਕੋਲ 13, 13 ਤੇ 5 18। ਮੈਨੂੰ ਐ ਦੱਸੋ 18 3 ਦੇ ਪਹਾੜੇ ਤੇ ਆਉਂਦਾਗਾ 6 3 18। ਇਹਦਾ ਮਤਲਬ ਜੇ 18 3 ਦੇ ਪਹਾੜੇ ਤੇ ਆਉਂਦਾ, ਇਹਦਾ ਮਤਲਬ ਇਹ ਕਿਤੇ ਜਾਊਗਾ 3 ਤੇ ਜਾਊਗਾ। ਤਾਂ ਮੈਂ ਜਦੋਂ 3 ਤੇ ਕੀਤਾ 1 30 ਆ ਗਿਆ। ਇਸ ਤੋਂ ਬਾਅਦ 3 ਦੂਣੀ 6, ਮੇਰੇ ਕੋਲ 2 ਵੱਜ ਗਏ, ਇਥੋਂ 2 ਵੱਜ ਕੇ ਤੇ 2 ਆ ਹੋ ਗਏ, 7 21, 1 ਵੱਜ ਗਿਆ, 5 30 15। ਇਸ ਤਰੀਕੇ ਨਾਲ ਕਰ ਲੂੰ। ਜੇ ਗਾਇਸ ਇਸ ਤਰੀਕੇ ਨਾਲ ਨਹੀਂ ਸਮਝ ਲੱਗੀ, ਮੈਂ ਤਾਂ ਕਹਿੰਦਾ ਤੁਹਾਨੂੰ ਇਸ ਤਰੀਕੇ ਨਾਲ ਹੀ ਸਿੱਖੋ, ਕਿਉਂਕਿ ਤੁਹਾਡਾ ਕੀ ਮਾਈਂਡ ਕੀ ਉਹ ਜ਼ਿਆਦਾ ਵਿਕਸਿਤ ਹੋਊਗਾ। ਜੇ ਨਹੀਂ ਪਤਾ ਲੱਗਦਾ ਫਿਰ ਤੁਸੀਂ 38 25 ਇੱਥੇ ਰੱਖੋ, 3 ਦੇ ਕੀ ਆ ਡਿਵਾਈਡ ਕਰ ਦਿਓ, 1 30 ਆ। ਉਸੇ ਤਰੀਕੇ ਨਾਲ ਜਿਵੇਂ ਆਪਾਂ ਨਰਸਰੀ ਕਲਾਸ ਚ ਕਰਦੇ ਹੁੰਦੇ ਆ, ਨਰਸਰੀ ਚ ਨਹੀਂ ਥਰਡ ਕਲਾਸ ਚ, ਫੋਰਥ ਚ, ਕੁਛ ਤਾਂ ਐਡਵਾਂਸ ਹੋ ਯਾਰ 10th ਕਲਾਸ ਚ ਹੋ ਗਏ। ਤਾਂ ਜੇ ਫਿਰ ਵੀ ਨਹੀਂ ਪਤਾ ਲੱਗਦਾ ਕੋਈ ਗੱਲ ਨਹੀਂ, ਫਿਰ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ। 3 ਦੂਣੀ 6 ਆ, 2 ਆ ਗਿਆ ਉੱਪਰੋਂ ਮੈਂ 2 ਉਤਾਰ ਲਿਆ, 7 21 ਆ, ਮੈਂ ਕੀ ਆ 1 ਆ ਗਿਆ, ਉੱਪਰੋਂ ਮੈਂ ਕੀ ਆ 5 ਉਤਾਰ ਲਿਆ। ਮੇਰੇ ਕੋਲ 3 5 15, ਜਾਣੀ ਕਿ ਮੇਰੇ ਕੋਲ 3 ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ 1275 ਆ ਗਿਆ। ਉਸੇ ਤਰੀਕੇ ਨਾਲ ਹੀ ਮੈਂ ਦੇਖੂੰਗਾ 3 ਤੇ ਜਾਊਗਾ ਜਾਂ ਨਾ। ਮੈਂ ਇਹਨਾਂ ਨਾਲ ਪਲੱਸ ਕੀਤਾ 12 12 ਤੇ 14 ਤੇ 15 15 3 ਦੇ ਪਹਾੜੇ ਤੇ ਜਾਂਦਾ, ਇਹਦਾ ਮਤਲਬ ਇਹ ਵੀ ਜਾਊਗਾ 4 30 12, 3 ਦੂਣੀ 6, 5 30 15। ਗਾਇਸ ਇਸ ਤਰੀਕੇ ਨਾਲ ਕਰ ਲਿਓ। ਜੇ ਨਹੀਂ ਪਤਾ ਲੱਗਦਾ ਇਧਰੋਂ ਕੀ ਡਿਵਾਈਡ ਕਰਕੇ ਦੇਖ ਲਿਓ, ਠੀਕ ਆ। ਤੁਸੀਂ 4 30 12 ਮੈਨੂੰ ਚੰਗਾ ਨਹੀਂ ਲੱਗਦਾ ਬਾਰ-ਬਾਰ ਇਸ ਤਰੀਕੇ ਨਾਲ ਕਰਦਾ, ਜਦੋਂ ਮੈਨੂੰ ਐਂ ਲੱਗਦਾ ਵੀ ਤੁਸੀਂ ਸਾਰੇ ਕੀ ਇੰਟੈਲੀਜੈਂਟ
ਹੋਮੋ ਜਿਹੜਾ ਵੀਡੀਓ ਮੇਰੀ ਦੇਖਦਾ ਗਾ। ਮੇਰੇ ਕੋਲ 3 ਤੇ ਜਾ ਕੇ ਮੇਰੇ ਕੋਲ ਕਿੰਨਾ ਗਿਆ 425 ਹੈਗਾ। ਮੈਂ ਉਸੇ ਤਰੀਕੇ ਨਾਲ ਕੀ ਆ ਲਾਇਆ। ਹੁਣ ਮੈਂ ਦੇਖੂਗਾ ਮੇਰੇ ਕੋਲ ਕੀ ਆ ਦੇਖਦਾ ਮੈਂ ਵੀ ਮੇਰੇ ਕੋਲ 3 ਦੇ ਪਹਾੜੇ ਤੇ ਜਾਊਗਾ ਜਾਂ ਨਾ। ਮੇਰੇ ਕੋਲ 7 ਬਣ ਗਏ, 7 ਤੇ 4 ਮੇਰੇ ਕੋਲ 11 ਬਣ ਗਏ। 11 ਦੱਸੋ 3 ਦੇ ਪਹਾੜੇ ਤੇ ਆਂਦਾ ਨਹੀਂ, ਇਹਦਾ ਮਤਲਬ ਇਹ 3 ਦੇ ਪਹਾੜੇ ਤੇ ਨਹੀਂ ਆਂਦਾ। ਜੇ ਫਿਰ ਵੀ ਤੁਸੀਂ ਸ਼ੱਕ ਵਹਿਮ ਕੱਢਣਾ ਆਪਦਾ ਵੀ ਸਰ ਕਰਕੇ ਦਿਖਾਓ ਸਾਨੂੰ, ਤੁਸੀਂ ਵੀ ਜਾਂਦਾ ਉਹ ਸਾਨੂੰ ਲੱਗਦਾ ਸ਼ੱਕ ਆ ਪੂਰਾ, ਤਾਂ ਮੈਂ ਕੋਈ ਗੱਲ ਨਹੀਂ ਵਹਿਮ ਕੱਢਣ ਦੀ ਆ ਮੈਂ, ਹੋਰ ਕੋਈ ਕੰਮ ਨਹੀਂ ਮੈਨੂੰ। ਤਾਂ ਮੈਂ 425 ਨੂੰ ਕੀ ਹੈਗਾ 3 ਤੇ ਤੁਹਾਨੂੰ ਕਰਕੇ ਦਿਖਾ ਦੇਣਾ ਮੈਂ। 1 ਤੇ 30 4 ਤੇ 12 5 ਉਤਾਰ ਲਿਆ, 1 ਤੇ 30 ਯਾਨੀ ਕਿ ਮੇਰੇ ਕੋਲ ਕੀ ਆ ਗਿਆ 2 ਬਾਕੀ ਹੈਗਾ। ਇਹਦਾ ਮਤਲਬ ਨਹੀਂ ਜਾਂਦਾ। ਹੁਣ ਗਾਇਸ ਇਹ ਕਿਤੇ ਜਾਊਗਾ ਜੋ 3 ਤੇ ਨਹੀਂ ਗਿਆ, ਇਹਦਾ ਮਤਲਬ ਇਹ ਕਿਤੇ ਜਾਊਗਾ 5 ਤੇ ਜਾਊਗਾ। ਜਿਹਦੇ ਮਗਰ 5 ਹੋਵੇ ਉਹ 5 ਤੇ ਤਾਂ ਜਾਂਦੀ ਹੀ ਜਾਂਦਾ ਹੈਗਾ ਹਮੇਸ਼ਾ। ਜੇ 3 ਤੇ ਨਹੀਂ ਜਾਊਗਾ ਤਾਂ ਉਹ 5 ਤੇ ਪੱਕਾ ਹੀ ਜਾਊਗਾ। 5 ਤੇ ਕਰਕੇ ਦੇਖਿਆ ਮੈਂ ਤਾਂ 4 ਤੇ ਨਹੀਂ ਜਾਂਦਾ ਗਾਇਸ, 4 ਤੇ ਨਹੀਂ ਜਾਂਦਾ। ਮੈਂ ਤਾਂ ਕਰਕੇ ਸਿੱਧਾ 5 ਤੇ ਆ ਗਿਆ। 8 5 40 2 ਵੱਜ ਗਏ 5 ਆ ਗਿਆ। ਠੀਕ ਆ 5 5 ਮੇਰੇ ਕੋਲ 25 ਹੁੰਦਾ। ਫਿਰ ਮੇਰੇ ਕੋਲੇ 5 ਤੇ ਜਾਊਗਾ 17 5 85 ਹੁੰਦਾ। 17 ਮੇਰੇ ਕੋਲੇ 17 ਤੇ ਜਾਊਗਾ ਮੇਰੇ ਕੋਲੇ 52 ਆ ਗਿਆ। ਇਸ ਤਰੀਕੇ ਨਾਲ ਮੇਰੇ ਕੋਲੇ ਕੀ ਆ ਜਾਊਗਾ। ਇਸ ਤਰੀਕੇ ਨਾਲ ਮੇਰੇ ਕੋਲੇ ਆ ਜਾਊਗਾ 38 25 ਦੇ। ਫਿਰ ਮੇਰੇ ਕੋਲੇ ਕਿਹੜੇ ਕਿਹੜੇ ਗੁਣ ਖੰਡ ਬਣ ਗਏ ਮੈਂ ਉਹ ਸਾਰੇ ਕੀ ਆ ਲਿਖ ਦੂੰਗਾ। 3 ਗੁਣਾ 3 ਗੁਣਾ 5 ਗੁਣਾ 5 ਗੁਣਾ 17 ਇਹ ਸਾਰੇ ਮੇਰੇ ਕੋਲੇ ਕੀ ਹੈਗਾ ਗੁਣ ਖੰਡ ਬਣ ਗਏ ਕਿਹਦੇ 38 25 ਦੇ। ਇਸ ਤਰੀਕੇ ਨਾਲ ਆਪਾਂ ਇਹਨੂੰ ਕੀ ਆ ਗਾਇਸ ਕਰ ਸਕਦੇ ਹੋ। ਜੇ ਕਿਸੇ ਨੂੰ ਨਹੀਂ ਵੀ ਸਮਝ ਲੱਗਦੀ ਉਹ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਸਕਦਾ ਹੈਗਾ। ਮੈਂ ਉਹਦੇ ਲਈ ਕੀ ਆ ਦੂਰੀ ਵਾਰ ਤੋਂ ਵੀਡੀਓ ਕੀ ਹੈਗਾ ਅਪਲੋਡ ਕਰ ਦੂੰਗਾ। ਠੀਕ ਆ। ਇਸ ਤੋਂ ਬਾਅਦ ਮੈਂ 5005 ਦੇ ਕੀ ਹੈਗਾ ਫੈਕਟਰ ਬਣਾਉਂਗਾ ਉਸੇ ਤਰੀਕੇ ਨਾਲ ਹੀ ਮਤਲਬ ਗੁਣ ਖੰਡ ਬਣਾਉਂਗਾ। ਤਾਂ ਇਹ ਮੇਰੇ ਕੋਲ ਕਿਤੇ ਜਾਊਗਾ ਦੇਖੋ ਗਾਇਸ 3 ਤੇ ਤਾਂ ਜਾਂਦਾ ਨਹੀਂ। ਕਿਉਂ? ਕਿਉਂਕਿ 5 ਤੇ 5 10 10 3 ਦੇ ਪਹਾੜੇ ਤੇ ਨਹੀਂ ਆਉਂਦਾ। ਤਾਂ ਕਿਤੇ ਜਾਊਗਾ 5। ਤੁਹਾਨੂੰ ਮੈਂ ਦੱਸਿਆ ਜਿਹਦੇ ਮਗਰ 5 ਹੋਵੇ ਫਿਰ ਉਹ 5 ਤੇ ਤਾਂ ਜਾਊਗੀ ਜਾਊਗਾ। ਮੇਰੇ ਕੋਲ 1001 ਆ ਗਿਆ। ਠੀਕ ਆ। ਹੁਣ ਇਹ 5 ਤੇ ਤਾਂ ਜਾਂਦਾ ਨਹੀਂ। 5 ਤੋਂ ਬਾਅਦ ਕਿਤੇ ਕਰਕੇ ਦੇਖਾਂਗੇ 7 ਤੇ ਕਰਕੇ ਦੇਖੂੰਗਾ ਮੈਂ। 7 ਤੇ ਕਰਕੇ ਦੇਖੂੰਗਾ ਵੀ ਇਹ ਜਾਂਦਾ ਮੇਰੇ ਕੋਲ ਜਾਂ ਨਾ। ਗਾਇਸ ਇਹ ਪਤਾ ਕੀ ਹੈ ਤੁਸੀਂ ਕਹੋਗੇ ਸਰ 6 ਕਿਉਂ ਛੱਡਤਾ ਤੁਸੀਂ? 6 ਪਤਾ ਮੈਂ ਕਿਉਂ ਛੱਡਦਾ? ਕਿਉਂਕਿ ਇਹਦੇ ਮਗਰ ਇਹ ਟਾਂਕ ਆ। ਟਾਂਕ ਕਿਉਂਕਿ ਜਿਹੜਾ ਟਾਂਕ ਦਾ ਮਤਲਬ ਕਲੀ ਵਾਲਾ ਜਿਹੜਾ ਵੀ ਮੇਰੇ ਕੋਲ ਨੰਬਰ ਉਹ ਕਲੀ ਵਾਲੇ ਪਹਾੜੇ ਦੀ ਵੰਡਿਆ ਜਾਊਗਾ। ਜੋਟੇ ਵਾਲੇ ਪਹਾੜੇ ਤੇ ਕਦੇ ਨਹੀਂ ਵੰਡਿਆ ਜਾਂਦਾ। ਤਾਂ ਕਰਕੇ ਮੈਂ 7 ਤੇ ਗਿਆ 6 ਛੱਡਤਾ ਮੈਂ। 8 ਤੇ ਵੀ ਨਹੀਂ ਕਰਦਾ, 10 ਤੇ ਵੀ ਨਹੀਂ ਕਰਦਾ, 12 ਤੇ ਵੀ ਨਹੀਂ ਕਰਦਾ। ਯਾਨੀ ਕਿ ਕਲੀ ਵਾਲੀ ਰਕਮ ਨੂੰ ਮੈਂ ਕਲੀ ਵਾਲੇ ਟੇਬਲ ਤੇ ਹੀ ਡਿਵਾਈਡ ਕਰੂੰਗਾ, ਕਲੀ ਵਾਲੇ ਪਹਾੜੇ ਤੇ ਹੀ ਡਿਵਾਈਡ ਕਰੂੰਗਾ। ਤਾਂ ਮੇਰੇ ਕੋਲ 1001 7 ਤੇ ਜਾਊਗਾ। ਦੇਖਦਾ ਮੈਂ ਕਰਕੇ ਜਾਊਗਾ ਇਹਦਾ ਨਾ। 1 7 7 3 ਆ ਗਿਆ 0 7 ਚੌਕਾ 28 ਮੇਰੇ ਕੋਲ 2 ਆ ਗਿਆ। ਉੱਪਰੋਂ ਮੈਂ 1 ਉਤਾਰ ਲਿਆ 7 ਹੀ 21 ਜਾਊਗਾ ਗਾਇਸ ਮੈਨੂੰ ਪਤਾ ਹੈਗਾ ਸਾਰਾ। ਠੀਕ ਹੈ ਕਿਤੇ ਜਾਊਗਾ। ਮੈਂ ਸਿਰਫ ਤੁਹਾਨੂੰ ਸਮਝਾਉਣ ਲਈ ਆ ਸਾਰਾ ਕੁਝ ਕਰ ਦਾਂਗਾ। ਮੈਨੂੰ ਪਤਾ ਹੈਗਾ 7 ਤੇ ਜਾ ਕੇ ਮੇਰੇ ਕੋਲ 143 ਜਾਊਗਾ। ਮੈਨੂੰ ਇਹ ਵੀ ਪਤਾ 11 ਤੇ ਜਾਊ, ਦੁਆ 13 ਤੇ ਜਾਊਗਾ। ਬਟ ਮੇਰਾ ਮਤਲਬ ਕੀ ਆ ਤੁਹਾਨੂੰ ਸਮਝਾਉਣਾ। ਹੁਣ ਗਾਇਸ ਇਹ 7 ਤੇ ਨਹੀਂ ਆਉਂਦਾ। 7 ਤੇ ਨਹੀਂ ਆਉਂਦਾ ਕਿਉਂਕਿ 7 ਤੋਂ ਨਹੀਂ 14 3 ਮੇਰੇ ਕੋਲ ਕੀ ਆ ਬਾਕੀ ਆ ਜਾਊਗਾ। 7 ਤੋਂ ਬਾਅਦ 9 ਤੇ ਵੀ ਨਹੀਂ ਆਉਂਦਾ ਤੇ ਇਸ ਤੋਂ ਬਾਅਦ 9 ਤੋਂ ਬਾਅਦ ਕਿਤੇ ਜਾਊਗਾ 11 ਤੇ ਜਾਊਗਾ। ਗਾਇਸ ਤੁਹਾਨੂੰ ਇਹ ਕਰਕੇ ਦੇਖਣਾ ਪਊਗਾ, ਤੁਹਾਨੂੰ ਫੇਰ ਪਤਾ ਲੱਗੂਗਾ। ਜਦੋਂ ਤੁਸੀਂ 9 ਤੇ ਕਰਕੇ ਦੇਖਿਆ ਤੁਹਾਡੇ ਕੋਲ ਬਾਕੀ ਆ ਜੂ। ਫਿਰ ਇਸ ਤੋਂ ਬਾਅਦ ਤੁਸੀਂ 11 ਤੇ ਆ ਜਾਓਗੇ। 11 ਤੇ ਗਏ ਤੁਹਾਡੇ ਕੋਲ ਆ ਜਾਊਗਾ 11 1 11 3 ਵੱਜ ਗਏ ਤੋਂ 3 ਆ ਪਿਆ 11 ਕੀ 33 13 ਮੇਰੇ ਕੋਲ ਹਮੇਸ਼ਾ 13 ਤੇ ਹੀ ਜਾਊਗਾ। ਇਸ ਤਰੀਕੇ ਨਾਲ ਮੇਰੇ ਕੋਲ 5005 ਦੇ ਮੇਰੇ ਕੋਲ ਗੁਣ ਖੰਡ ਕਿਹੜੇ ਬਣ ਗਏ ਆ ਸਾਰੇ ਕੀ ਆ ਬਣ ਗਏ। ਐਸੇ ਤਰੀਕੇ ਨਾਲ ਮੈਂ ਕੀ ਆਪਣੀ ਕਾਪੀ ਦੇ ਕੀ ਲਿਖ ਲੂੰਗਾ। ਨੋਟਸ ਬਣਾ ਲਿਓ ਗਾਇਸ ਸਾਰੇ ਬੱਚੇ, ਕਿਉਂਕਿ ਮੋਸਟ ਇੰਪੋਰਟੈਂਟ ਸਮ ਆਪਾਂ ਉਹੀ ਕਰਾਂਗੇ ਜਿਹੜੇ ਕੀ ਹੈਗਾ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਲਈ ਇੰਪੋਰਟੈਂਟ ਆ ਗਏ। ਤੁਸੀਂ ਪੇਪਰ ਦੇ ਵਿੱਚ ਦੇਖੋਗੇ ਗਾਇਸ ਇਹਨਾਂ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਸਮ ਕੀ ਆ ਪੇਪਰ ਦੇ ਵਿੱਚ ਕੀ ਆ ਮਿਲੂਗਾ। ਫਾਲਤੂ ਮੈਂ ਤੁਹਾਨੂੰ ਕੋਈ ਵੀ ਸਮ ਨਹੀਂ ਕਰਵਾਉਂਦਾ। ਮੈਂ ਤੁਹਾਨੂੰ ਗਾਰੰਟੀ ਦਿਨਾਗਾ ਨਾ ਵਾਲਾ ਕੀ ਹੈਗਾ ਤੁਹਾਨੂੰ 99% ਕੀ ਹੈਗਾ ਤੁਹਾਨੂੰ ਜਿਹੜੇ ਮੈਂ ਕਰਵਾਉਂਗਾ ਬੋਰਡ ਦੇ ਉੱਤੋਂ ਸਾਰੇ ਪੇਪਰ ਦੇ ਵਿੱਚ ਕੀ ਆ ਉਹੀ ਆਉਣਗੇ। 1% ਦਾ ਮੈਂ ਤੁਹਾਨੂੰ ਕੀ ਹੈਗਾ ਗਾਰੰਟੀ ਨਹੀਂ ਦੇ ਸਕਦਾ। ਤੇ ਇਸ ਤੋਂ ਬਾਅਦ ਮੇਰੇ ਕੋਲੇ ਕੀ ਹੈਗਾ 74 29 ਦੇ ਮੈਂ ਕੀ ਗੁਣ ਖੰਡ ਬਣਾਉਂਗਾ। ਜ਼ਿਆਦਾਤਰ ਮੋਸਟਲੀ ਇਹੀ ਪੇਪਰ ਦੇ ਵਿੱਚ ਆਉਂਦਾ 74 29 ਦੇ ਮੈਂ ਕਿਸ ਤਰੀਕੇ ਨਾਲ ਗੁਣ ਖੰਡ ਬਣਾਉਂਗਾ। ਹੁਣ ਮੈਂ ਦੇਖੂਗਾ ਮੇਰੇ ਕੋਲ 3 ਤੇ ਆਉਂਦਾ 3 ਤੇ ਵੀ ਨਹੀਂ ਆਉਂਦਾ। ਇਹ 3 ਤੇ ਨਹੀਂ ਆਉਂਦਾ ਗਾਇਸ 5 ਤੇ ਨਹੀਂ ਆਉਂਦਾ। ਤੁਸੀਂ ਡਿਵਾਈਡ ਕਰ ਦੇਖੀ ਜਾਇਓ। 7 ਤੇ ਨਹੀਂ ਆਉਂਦਾ, 9 ਤੇ ਨਹੀਂ ਆਉਂਦਾ, 11 ਤੇ ਨਹੀਂ ਆਉਂਦਾ, 13 ਤੇ ਨਹੀਂ ਆਉਂਦਾ, ਮੇਰੇ ਕੋਲ 15 ਤੇ ਨਹੀਂ ਆਉਂਦਾ। ਸਿੱਧਾ ਮੇਰੇ ਕੋਲ ਕਿਤੇ ਜਾਊਗਾ 17 ਤੇ ਜਾਊਗਾ। ਗਾਇਸ ਤੁਸੀਂ ਕਰਕੇ ਦੇਖੋਗੇ 17 ਤੇ ਆ ਜਾਓਗੇ ਆਪੇ ਤੁਸੀਂ ਹੌਲੀ ਹੌਲੀ। ਠੀਕ ਹੈ। ਜਦੋਂ ਤੁਹਾਡੀ ਪ੍ਰੈਕਟਿਸ ਹੀ ਜ਼ਿਆਦਾ ਹੋਊਗੀ ਤਾਂ ਤੁਸੀਂ ਆਟੋਮੈਟਿਕ ਹੀ ਕਰ ਲਓਗੇ। ਮੇਰੇ ਕੋਲ ਕੀ 74 29 ਨੂੰ ਮੈਂ ਜਦੋਂ 17 ਤੇ ਕਰਕੇ ਦੇਖਿਆ ਡਿਵਾਈਡ ਤਾਂ ਮੇਰੇ ਕੋਲ 17 ਚੌਕਾ ਕਿੰਨਾ ਆਉਂਦਾ 68 17 ਚੌਕਾ 68 ਤਾਂ ਮੈਂ 14 ਤੋਂ 6 8 ਕੱਢੇ 6 ਆ ਗਿਆ ਮੇਰੇ ਕੋਲ। ਉੱਪਰੋਂ 2 ਉਤਾਰ ਲੈ। ਠੀਕ ਆ 17 ਦੀ 51
ਮੈਨੂੰ ਪਤਾ 700 437 ਆਊ, ਪਰ ਮੈਂ ਲਾਉਂਦਾ ਨਹੀਂ ਕਿਉਂਕਿ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ। 2 ਦੇ ਵਿੱਚੋਂ ਮੈਂ 1 ਕੱਢਿਆ, 1 ਆਊਗਾ। 6 ਦੇ ਵਿੱਚੋਂ ਮੈਂ 5 ਕੱਢੇ, 1 ਆ ਗਿਆ। ਉੱਪਰ ਮੈਂ 9 ਉਤਾਰ ਲਿਆ, ਠੀਕ ਆ। 17 7 ਮੇਰੇ ਕੋਲ ਕਿੰਨਾ ਹੁੰਦਾ ਹੈਗਾ? 119 ਹੁੰਦਾ ਹੈਗਾ। ਜੇ ਨਹੀਂ ਯਕੀਨ ਹੈਗਾ ਇੱਥੇ ਕਰਕੇ ਦੇਖ ਲਓ ਮੇਰੇ ਕੋਲ ਕੀ ਹੈਗਾ, ਠੀਕ ਆ। ਜਾਨੀ ਕਿ ਮੇਰੇ ਕੋਲ 437 ਹੈਗਾ। 437 ਮੇਰੇ ਕੋਲ ਕਿਤੇ ਜਾਊਗਾ ਗਾਇਸ। ਹੁਣ ਇਹ 437 ਜਿਹੜਾ ਉਹ ਮੇਰੇ ਕੋਲ 17 ਦੇ ਟੇਬਲ ਤੇ ਨਹੀਂ ਆਂਦਾ, ਬਾਕੀ ਆ ਜਾਊਗਾ। ਫਿਰ ਇਸ ਤੋਂ ਬਾਅਦ ਮੈਂ ਕਿਤੇ ਕਰਕੇ ਦੇਖੂੰਗਾ 19 ਤੇ। 19 ਤੇ ਕਰਕੇ ਮੇਰੇ ਕੋਲ ਕੀ ਆ ਜਾਊਗਾ ਗਾਇਸ? 23 ਆ ਜਾਊਗਾ। 23 ਮੇਰੇ ਕੋਲ ਹਮੇਸ਼ਾ 23 ਦੇ ਪਹਾੜੇ ਤੇ ਹੀ ਡਿਵਾਈਡ ਹੁੰਦਾ। ਜਿਸ ਨੂੰ ਨਹੀਂ ਲੱਗਦਾ ਤਾਂ ਇੱਥੇ ਮੈਂ ਕਰਕੇ ਦੇਖ ਲਓ 437। ਮੈਂ 19 ਤੇ ਕਰਕੇ ਦੇਖਿਆ, 19 ਦੂਣਾ 38 ਮੇਰੇ ਕੋਲ 19 ਦੂਣਾ 38 ਹੁੰਦਾ। ਮੈਂ 5 ਕਿਉਂਕਿ 13 ਚੋਂ 8 ਕੱਢੇ, ਮੇਰੇ ਕੋਲ 5 ਹੋ ਗਿਆ। ਉੱਪਰੋਂ ਮੈਂ 7 ਉਤਾਰ ਲਿਆ, 57। 19 ਤੇ ਮੇਰੇ ਕੋਲ 57 ਆਉਂਦਾ, ਜਾਣੀ ਕਿ ਮੇਰੇ ਕੋਲ 23 ਆ ਗਿਆ। 23 ਦੇ ਪਹਾੜੇ ਤੇ ਜਾਊਗਾ, ਮੇਰੇ ਕੋਲ ਕੀ ਆ ਗਿਆ? 1 ਆ ਗਿਆ। ਇਸ ਤਰੀਕੇ ਨਾਲ ਮੇਰੇ ਕੋਲ ਕੀ ਆ 74 29 ਦੇ ਕਿਹੜੇ ਗੁਣਨਖੰਡ ਬਣ ਕੇ ਮੇਰੇ ਕੋਲੇ 74 29 ਦੇ ਮੇਰੇ ਕੋਲ ਗੁਣਨਖੰਡ ਬਣ ਗਏ 17 ਗੁਣਾ 19 ਗੁਣਾ 23। ਇਸ ਤਰੀਕੇ ਨਾਲ ਮੇਰੇ ਕੋਲ ਇਹ ਵੀ ਜਿਹੜਾ ਮੇਰੇ ਕੋਲੇ ਪਾਰਟ ਸੀ ਉਹ ਕੰਪਲੀਟ ਹੋ ਗਿਆ। ਗਾਇਸ ਇਹ ਸਮਝ ਲੱਗ ਜਾਏਗੀ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਸਮਝ ਲੱਗੀ ਹੈ ਜਾਂ ਨਾ ਲੱਗੀ ਹੈ। ਜੇ ਸਮਝ ਲੱਗੀ ਹੈਗੀ ਤਾਂ ਮੈਨੂੰ ਉਹ ਵੀ ਦੱਸਿਓ, ਜੇ ਨਹੀਂ ਲੱਗਦੀ ਉਹ ਵੀ ਮੈਨੂੰ ਕੀ ਆ ਦੱਸਿਓ ਜ਼ਰੂਰ। ਇਸ ਤੋਂ ਬਾਅਦ ਆਪਾਂ ਨੈਕਸਟ ਪਾਰਟ ਕਰਾਂਗੇ। ਐਕਸਰਸਾਈਜ਼ 1.2 ਦਾ ਮੇਰੇ ਕੋਲੇ ਸੈਕੰਡ ਪਾਰਟ ਹੈਗਾ। ਇਹਦੇ ਵਿੱਚ ਆਪਾਂ 26 ਅਤੇ 91 ਦਾ ਆਪਾਂ ਕੀ ਪਤਾ ਕਰਨਾ? HCF ਤੇ LCM ਪਤਾ ਕਰਨਾ। HCF ਤੇ LCM ਆਪਾਂ ਪਤਾ ਕਰਨਾ ਤੇ ਉਹਦੀ ਆਪਾਂ ਕੀ ਆ ਜਾਂਚ ਕਰਨੀ ਹੈ। ਦੇਖੋ ਨੂੰ ਆਪਾਂ ਕਿਸ ਤਰੀਕੇ ਨਾਲ ਕਰਾਂਗੇ। ਆਪਣੇ ਕੋਲੇ ਗਾਇਸ ਮੇਰੇ ਕੋਲੇ 26 ਅਤੇ 91 ਦਾ ਮੈਂ ਕਿਹਾ HCF ਕਿਸ ਤਰੀਕੇ ਨਾਲ ਪਤਾ ਕਰੂੰਗਾ। HCF ਦਾ ਮਤਲਬ ਮੰਮਾ ਸਾਹਿਬ ਮੈਂ ਕਿਸ ਤਰੀਕੇ ਨਾਲ ਪਤਾ ਕਰੂੰਗਾ। ਦੇਖੋ ਮੈਂ 26 ਅਤੇ 91 ਦਾ ਕਰਨਾ। ਪਹਿਲਾਂ 26 ਨੂੰ ਮੈਂ ਲਿਖੂੰਗਾ ਇੱਥੇ। 26 ਦੇ ਪਹਿਲਾਂ ਮੈਂ ਕੀ ਗੁਣਨਖੰਡ ਬਣਾ ਲੂੰਗਾ। 26 ਮੈਨੂੰ ਪਤਾ 2 ਤੇ ਜਾਊਗਾ, 2 ਤੇ ਜਾ ਕੇ ਮੇਰੇ ਕੋਲ ਕੀ ਆ 13 ਆ ਗਿਆ। 13 ਮੇਰੇ ਕੋਲ 13 ਤੇ ਹੀ ਜਾਊਗਾ, ਮੇਰੇ ਕੋਲ ਕੀ ਆ ਗਿਆ 1 ਆ ਗਿਆ। ਤਾਂ ਇਸ ਤੋਂ ਬਾਅਦ ਮੇਰੇ ਕੋਲ ਕੀ ਆ 91 ਦੇ ਕਰੂੰਗਾ, ਮੇਰੇ ਕੋਲ ਕੀ ਆ ਗਿਆ 91। ਤਾਂ ਮੈਂ 91 ਦੇ ਕੀਤਾ, 91 ਮੇਰੇ ਕੋਲ ਕਿਤੇ ਜਾਊਗਾ 7 ਤੇ ਜਾਊਗਾ। ਤਾਂ ਮੇਰੇ ਕੋਲ 13 ਤੇ ਆ ਗਿਆ, 13 7 ਮੇਰੇ ਕੋਲ 91 ਆਊਗਾ। ਤਾਂ ਮੇਰੇ ਕੋਲ ਕੀ ਆ ਗਿਆ 1 ਆ ਗਿਆ। ਤੁਸੀਂ ਕਹੋਗੇ 2 ਤੇ ਨਹੀਂ ਕੀਤਾ, 3 ਤੇ ਨਹੀਂ ਕੀਤਾ, ਕਿਉਂ ਨਹੀਂ ਕੀਤਾ? ਕਹੋਗੇ 2 ਤੇ ਨਹੀਂ ਆਂਦਾ, ਮੇਰੇ ਕੋਲ ਬਾਕੀ ਆਊਗਾ। 3 ਤੇ ਡਿਵਾਈਡ ਕਰਕੇ ਦੇਖੂੰਗਾ, 3 ਤੇ ਵੀ ਬਾਕੀ ਆਊਗਾ, 4 ਤੇ ਵੀ ਬਾਕੀ ਆਊਗਾ, 5 ਤੇ ਵੀ ਬਾਕੀ ਆਊਗਾ, 6 ਤੇ ਵੀ ਮੇਰੇ ਕੋਲ ਬਾਕੀ ਆਊਗਾ। 7 ਤੇ ਕੀਤਾ ਤਾਂ 7 ਤੇ ਪੂਰਾ ਮੇਰੇ ਕੋਲ ਕੀ ਆ ਵੰਡਿਆ ਗਿਆ। ਕਿੰਨੇ ਤੇ ਗਿਆ? 13 7 91, ਜਾਨੀ ਕਿ 13 ਤੇ ਗਿਆ। 13 ਮੇਰੇ ਕੋਲ 13 ਤੇ ਜਾਊਗਾ 1 ਆ ਗਿਆ। ਉਸੇ ਤਰੀਕੇ ਨਾਲ ਮੈਂ ਕੀ ਕੀਤਾ ਹੁਣ 26 ਦੇ ਲਿਖੂ। ਸਭ ਤੋਂ ਪਹਿਲਾਂ ਤਾਂ 26 ਦੇ ਮੇਰੇ ਕੋਲ ਕਿਹੜੇ ਗੁਣਨਖੰਡ ਬਣ ਗਏ? 2 ਗੁਣਾ 13। ਉਸੇ ਤਰੀਕੇ ਨਾਲ ਮੈਂ 91 ਦੇ ਲਿਖੂੰਗਾ। 91 ਦੇ ਮੇਰੇ ਕੋਲ ਕਿਹੜੇ ਬਣ ਗਏ? 7 ਗੁਣਾ 13। ਜਦੋਂ ਮੇਰੇ ਕੋਲ ਇਸ ਤਰੀਕੇ ਨਾਲ ਇਹਨਾਂ ਦੇ ਕੀ ਹੈਗਾ ਗੁਣਨਖੰਡ ਬਣ ਗਏ ਤਾਂ ਪਹਿਲਾਂ ਮੈਂ 26 ਦੇ ਲਿਖ ਲੂੰਗਾ 2 ਗੁਣਾ 13, ਫਿਰ ਮੈਂ 91 ਦੇ ਲਿਖ ਲੂੰਗਾ 7 ਗੁਣਾ 13। ਹੁਣ ਜਿਹੜਾ ਵੀ ਇਹਨਾਂ ਵਿੱਚੋਂ ਸਾਂਝਾ ਹੋਇਆ ਉਹ ਮੇਰੇ ਕੋਲ ਕੀ ਹੋਊਗਾ? ਇਹਨਾਂ ਵਿੱਚ HCF ਹੋਊਗਾ। ਸਾਂਝਾ ਮੇਰੇ ਕੋਲ ਕਿਹੜਾ ਹੈਗਾ 13, ਜਾਨੀ ਕਿ ਮੇਰੇ ਕੋਲ ਸਾਂਝਾ ਕਿਹੜਾ ਹੈਗਾ 13। ਤਾਂ ਉਹ ਮੇਰੇ ਕੋਲ ਕੀ ਹੋਊਗਾ? HCF ਹੋਊਗਾ ਗਾਇਸ। ਤਾਂ ਮੇਰੇ ਕੋਲ ਕੀ ਹੈ HCF ਕਿੰਨਾ ਹੋ ਗਿਆ? ਇਹਦੇ ਵਿੱਚ 13 ਹੋ ਗਿਆ। ਹੁਣ ਮੈਂ HCF ਦਾ ਪਤਾ ਕਰ ਲਿਆ। ਹੁਣ ਮੈਨੂੰ ਕਹਿੰਦੇ LCM ਕੱਢੋ। LCM ਦਾ ਮਤਲਬ ਮੇਰੇ ਕੋਲ ਕੀ ਹੁੰਦਾ ਗਾਇਸ? ਲੱਲਾ ਸੱਸਾ ਬਾਵਾ ਲਘੁੱਤਮ ਸਮਾਵਰਤਕ। ਮੰਮਾ ਸਵਾਵੇ ਦਾ ਮਤਲਬ ਕਿੰਨਾ? ਮਹੱਤਵ ਸਮਾਵਰਤਕ। ਤਾਂ LCM ਮੇਰਾ ਕਿਸ ਤਰੀਕੇ ਨਾਲ ਕੱਢੂੰਗਾ? ਦੇਖੋ ਗਾਇਸ ਜਿਹੜਾ ਮੇਰੇ ਕੋਲ ਸਾਂਝਾ ਆ ਉਹਦਾ ਮੈਂ ਇੱਥੇ ਲਿਖ ਲੂੰਗਾ। ਸਾਂਝਾ ਮੇਰੇ ਕੋਲ ਕਿਹੜਾ ਹੈਗਾ 13, ਜਾਨੀ ਕਿ ਜਿਹੜਾ ਮੇਰੇ ਕੋਲ ਸਾਂਝਾ ਹੋਊਗਾ ਇਹਨਾਂ ਦੋਨਾਂ ਵਿੱਚੋਂ ਇੱਕ ਲਿਖਣਾ, ਜਾਨੀ ਕਿ 13। ਜਿਹੜੇ ਬਾਕੀ ਰਹਿ ਗਏ ਉਹ ਸਾਰੇ ਐਜ ਇਟ ਮੈਂ ਗੁਣਾ ਵਿੱਚ ਲਿਖ ਲੂੰਗਾ। ਬਾਕੀ ਮੇਰੇ ਕੋਲ 2 ਰਹਿ ਗਿਆ, ਇੱਕ ਇਹਦੇ ਵਿੱਚੋਂ ਕੀ ਰਹਿ ਗਿਆ 7 ਰਹਿ ਗਿਆ, 7 ਉਹ ਲਿਖ ਲੂੰਗਾ। ਬਟ ਇਹਦੇ ਵਿੱਚ ਕੰਡੀਸ਼ਨ ਕੀ ਹੈ? ਜਿਹੜਾ ਸਾਂਝਾ ਉਹਦੇ ਵਿੱਚੋਂ ਕੀ ਆ ਤੁਸੀਂ 1 ਲਿਖਣਾ ਹੈਗਾ। ਤਾਂ ਮੇਰੇ ਕੋਲ 13 ਨੂੰ 26, 26 ਨੂੰ ਮੈਂ 7 ਨਾਲ ਮਲਟੀਪਲਾਈ ਕੀਤਾ ਤਾਂ ਮੇਰੇ ਕੋਲ 182 ਆ ਗਿਆ। ਜਾਨੀ ਕਿ ਮੇਰੇ ਕੋਲ ਕੀ ਹੈ LCM ਆ ਜਿਹੜਾ ਮੇਰੇ ਕੋਲ ਕੀ ਹੈ 182 ਆ ਗਿਆ। ਜੇ LCM ਇਸ ਤਰੀਕੇ ਨਾਲ ਨਹੀਂ ਕੱਢਣਾ ਤੁਸੀਂ, ਇਹ ਕਿਉਂਕਿ ਸਭ ਤੋਂ ਸੌਖਾ ਮੈਥਡ ਆ, ਮੈਂ ਤੁਹਾਨੂੰ ਤਾਂ ਦੱਸਦਾ ਕਿਉਂਕਿ ਜਿਹੜਾ ਇੱਕ ਸਾਂਝਾ ਉਹਨਾਂ ਤੋਂ ਤਾਂ 1 ਹੀ ਲੈਣਾ, ਬਾਕੀ 2 ਰਹਿ ਗਏ 7 ਰਹਿ ਗਏ ਸੀ, ਉਹਨਾਂ ਨੂੰ ਮੈਂ ਸਾਰਿਆਂ ਨੂੰ ਗੁਣਾ ਵਿੱਚ ਲਿਖਤਾ। ਫਿਰ ਸਾਰਿਆਂ ਦੀ ਗੁਣਾ ਕਰਤੀ, 13 ਦੂਣਾ 26, 26 ਨੂੰ ਮੈਂ 7 ਨਾਲ ਗੁਣਾ ਕੀਤੀ ਤਾਂ 182 ਆ ਗਿਆ। ਜੇ ਇਹ ਤਰੀਕੇ ਨਾਲ ਨਹੀਂ ਕਰਨਾ, ਦੇਖੋ ਹੋਰ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ, LCM ਕਿਸ ਤਰੀਕੇ ਨਾਲ ਕੱਢ ਸਕਦੇ ਹਾਂ, ਮੈਂ ਤੁਹਾਨੂੰ ਸਾਰੇ ਮੈਥਡ ਦੱਸ ਕੇ ਜਾਊਂਗਾ LCM ਕੱਢਣ ਦਾ। ਹੁਣ ਜਿਹੜੇ ਵੀ ਮੇਰੇ ਕੋਲ ਆ 2 ਸੰਖਿਆਵਾਂ ਦਿੱਤੀਆਂ ਹੋਣਗੀਆਂ ਇਹਨਾਂ ਦੋਨਾਂ ਦੀ ਮਲਟੀਪਲਾਈ, ਜਾਨੀ ਕਿ ਮੇਰੇ ਕੋਲ 26 ਦੇ 91 ਦਿੱਤੀ ਆ, ਜਾਨੀ ਕਿ ਇਹਨਾਂ ਦੋਨਾਂ ਦੀ ਮੈਂ ਕੀ ਕਰ ਦੂੰਗਾ ਮਲਟੀਪਲਾਈ ਡਿਵਾਈਡ ਬਾਈ HCF। ਇਹ ਵੀ ਮੇਰੇ ਕੋਲ ਇੱਕ LCM ਕੱਢਣ ਦਾ ਇੱਕ ਕੀ ਹੈ ਤਰੀਕਾ ਹੁੰਦਾ, ਜਾਨੀ ਕਿ ਜਿਹੜੀਆਂ ਵੀ ਮੇਰੇ ਕੋਲ 2 ਸੰਖਿਆਵਾਂ ਦਿੱਤੀਆਂ ਹੋਣਗੀਆਂ ਉਹਨਾਂ ਦੀ ਮੈਂ ਮਲਟੀਪਲਾਈ ਕਰ ਦੂੰਗਾ ਤੇ ਡਿਵਾਈਡ ਦੇ ਵਿੱਚ ਕੀ ਰੱਖ ਦੂੰਗਾ HCF ਰੱਖ ਦੂੰਗਾ ਬੰਡੋ ਦੇ ਵਿੱਚ, ਜਾਨੀ ਕਿ 26 ਗੁਣਾ 91 ਮੇਰੇ ਕੋਲ ਐਜ ਇਟ ਉਵੇਂ ਆ ਗਿਆ। HCF ਮੇਰੇ ਕੋਲ ਕਿੰਨਾ ਸੀਗਾ? HCF ਮੇਰੇ ਕੋਲ ਕਿੰਨਾ ਕੱਢਿਆ ਮੈਂ 13 ਕੱਢਿਆਗਾ, ਤਾਂ ਮੈਂ 13 ਲਾ ਲਿਆ। ਇਹਨੂੰ ਮੈਂ ਤੇ ਘੱਟਤਾ ਦਾ 2 ਆ ਗਿਆ, 13 ਦੂਣਾ ਕਿਉਂਕਿ 26 ਹੁੰਦਾ। ਜਦੋਂ ਮੈਂ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਤਾਂ 182 ਹੀ ਆਊਗਾ।
ਆ ਵੀ ਮੈਥਡ ਦਾ, ਇਹ ਵੀ ਮੈਥਡ ਦਾ ਮੇਰੇ ਕੋਲ 182 ਹੈ ਜੀ। ਆਹ ਮੈਥਡ ਦਾ ਵੀ ਮੇਰੇ ਕੋਲ ਕੀ ਆ ਗਿਆ 182 ਆ ਗਿਆ। ਜਾਂ ਤੁਸੀਂ ਆਹ ਮੈਥਡ ਕਰ ਲਓ ਕਿਉਂਕਿ ਸਭ ਤੋਂ ਈਜ਼ੀ ਹੈ ਗਾਇਸ। ਜੇ ਤੁਸੀਂ ਆਹ ਮੈਥਡ ਨਾਲ ਕੱਢਣਾ ਤਾਂ ਆਹ ਮੈਥਡ ਨਾਲ ਵੀ ਤੁਸੀਂ ਕਰ ਸਕਦੇ ਹੋ। ਇੱਕ ਐਲਸੀਐਮ ਕੱਢਣ ਦਾ ਮੈਥਡ ਕੀ ਹੁੰਦਾ, ਆਹ ਹੁੰਦਾਗਾ ਇਸ ਤਰੀਕੇ ਨਾਲ 26 ਦੇ 91 ਕਿਹਾ ਆਪਾਂ ਨੂੰ, ਇਹਦਾ ਐਲਸੀਐਮ ਕੱਢਣ ਨੂੰ ਕਿਹਾ ਤਾਂ ਮੈਂ 26 ਦੇ 91 ਇਸ ਤਰੀਕੇ ਨਾਲ ਲਿਖ ਕੇ ਇਸ ਤਰੀਕੇ ਨਾਲ ਵੀ ਮੈਂ ਕੀ ਹੈਗਾ ਜਿਹੜਾ ਕੀ ਹੈਗਾ ਐਲਸੀਐਮ ਕਰ ਸਕਦਾ ਹਾਂ ਗਾਇਸ। ਮੈਂ ਤਾਂ ਤੁਹਾਨੂੰ ਸੁਜੈਸ਼ਨ ਦੂੰਗਾ ਆਹੀ ਮੈਥਡ ਨਾਲ ਕੀ ਤੁਸੀਂ ਕਰੋ। ਆਹ ਜਿਹੜਾ ਮੈਥਡ ਹੈ ਇਹ ਵੀ 4th ਸਮ ਦੇ ਵਿੱਚ ਆਪਣੇ ਕੋਲ ਕੀ ਯੂਜ਼ ਹੋਊਗਾ, ਤਾਂ ਕਰਕੇ ਤੁਹਾਨੂੰ ਮੈਂ ਇਹਦੇ ਵਿੱਚ ਕੀ ਇਹਦੇ ਬਾਰੇ ਦੱਸਤਾ। ਇਸ ਤੋਂ ਬਾਅਦ ਆਪਾਂ ਜੇ ਕਿਸੇ ਨੂੰ ਨਹੀਂ ਸਮਝ ਲੱਗੀ ਕੋਈ ਗੱਲ ਨਹੀਂ, ਤਾਂ ਅਗਲੇ ਸਮ ਦੇ ਵਿੱਚ ਤੁਹਾਨੂੰ ਕੀ ਜ਼ਰੂਰ ਕਲੈਰੀਫਾਈ ਕੀ ਇਹਦੇ ਵਿੱਚ ਹੋ ਜਾਊਗਾ। ਇਸ ਤੋਂ ਬਾਅਦ ਦੇਖੋ ਨੈਕਸਟ ਮੇਰੇ ਕੋਲ ਕੀ ਆ 510 ਅਤੇ 92 ਦਾ ਮੈਂ ਕੀ ਪਤਾ ਕਰਨਾ HCF ਤੇ LCM। 510 ਦਾ ਕਰੂੰ ਸਭ ਤੋਂ ਪਹਿਲਾਂ ਮੇਰੇ ਕੋਲ 2 ਤੇ ਗਿਆ, ਮੇਰੇ ਕੋਲ 2 ਤੇ ਜਾ ਕੇ 2 4 ਆ ਗਏ, 2 दूनी 4 1 बच गया, 5 दूनी 10 1 बच गया, 5 दूनी 10। गाइस ਤੁਸੀਂ ਕੀ ਵੰਡੋ ਕਰਕੇ ਦੇਖ ਲਓ ਆਪਦਾ ਇਧਰ, ਠੀਕ ਹੈ 2 ਤੇ। ਇਸ ਤੋਂ ਬਾਅਦ ਮੇਰੇ ਕੋਲ 10 12 3 ਤੇ ਜਾਊਗਾ, ਆਰਤੀ ਹੈ 24 1 बच गया, 5 ਤੇ 15। गाइस ਮੈਨੂੰ ਪਤਾ ਕਿਵੇਂ ਪਤਾ ਲੱਗਿਆ गाइस, ਪਤਾ ਕਿਵੇਂ 3 ਤੇ यानी कि 10 ਤੇ 2 12 12 3 ਦੇ ਪਹਾੜੇ ਚ ਆਉਂਦਾ, 3 ਤੇ ਹੀ ਵੰਡਿਆ ਜਾਊਗਾ। ਆ 13 ਹੋ ਗਿਆ, 8 ਤੇ 5 13 13 3 ਦੇ ਪਹਾੜੇ ਚ ਆਉਂਦਾ ਨਹੀਂ ਆਉਂਦਾ। ਇਸ ਤੋਂ ਬਾਅਦ ਕਿਤੇ ਜਾਊਗਾ ਮੈਂ 5 ਤੇ, 17 5 85 ਹੁੰਦਾ, 17 ਮੇਰੇ ਕੋਲ 17 ਤੇ ਹੀ ਜਾਊਗਾ। ਇਸ ਕਰਕੇ ਮੇਰੇ ਕੋਲ ਕੀ ਆ ਗਿਆ 92 ਆ ਗਿਆ। ਉਸ ਤੋਂ ਬਾਅਦ ਗਾइस ਮੇਰੇ ਕੋਲ ਕੀ ਆ 92 ਦੇ ਬਣਾਉਂ ਮੈਂ ਉਸੇ ਤਰੀਕੇ ਨਾਲ, ਮੇਰੇ ਕੋਲ 2 ਤੇ ਜਾਊਗਾ ਇਹ 4 ਜਾ ਕੇ ਮੇਰੇ ਕੋਲ 8 ਆ ਗਿਆ, 6 ਆ ਗਿਆ, ਠੀਕ ਆ। 2 ਤੇ ਗਿਆ ਮੇਰੇ ਕੋਲ 2 3 ਆ ਗਿਆ, 23 ਮੇਰੇ ਕੋਲ 23 ਤੇ ਹੀ ਜਾਊਗਾ। ਮੇਰੇ ਕੋਲ ਕਿੰਨਾ ਆ ਗਿਆ 92 आ गया। सब तो पहला मैं फिर 510 दे लिखूंगा उसी तरीके ना, 510 दे लिखे था मेरे को 2 into 3 into 5 into 17 आ गया। उसी तरीके ना 92 दे लिखूंगा तो मेरे को 2 गुणा 23 आ गया। गाइस मैं इंग्लिश मीडियम दे विच पढ़ाउणागा, मैं विच दी पंजाबी बोल जाना, विच दी इंग्लिश, ठीक है कोई गल नहीं, थोड़ा जिहा क्योंकि रिलेट करके पढ़ाउणा मैं तुहानूं, कोई हो ना करो। ਇਹਦੇ ਵਿੱਚ ਮੇਰੇ ਕੋਲ HCF ਕੱਢਣਾ, ਮੈਂ HCF ਜਿਹੜਾ ਕਾਮਨ ਹੋਊਗਾ, ਕਾਮਨ ਮੇਰੇ ਕੋਲ ਇਕੱਲਾ 2 ਹੀ ਆਇਆ, ਇਹਦਾ ਮਤਲਬ ਮੇਰੇ ਕੋਲ HCF ਕਿੰਨਾ ਆ ਗਿਆ 2 ਆਇਆ, ਯਾਨੀ ਕਿ ਮੇਰੇ ਕੋਲ ਮਾਸਾ ਬਾਬਾ ਕਿੰਨਾ ਆ ਗਿਆ 2 ਆ ਗਿਆ। ਦੇਖੋ ਗਾਇਸ 2 ਹੀ ਹੈ ਨਾ ਕਾਮਨ। ਹੁਣ ਤੁਸੀਂ ਕਹੋਗੇ ਸਰ ਹੋਰ ਤਾਂ ਹੈ ਨਹੀਂ ਕੁਝ ਕਾਮਨ, 3 ਇਹ ਚ ਇਹ ਚ ਨਹੀਂ ਹੈਗਾ, 5 ਇਹ ਚ ਇਹ ਚ ਨਹੀਂ ਹੈਗਾ, 17 ਇਹ ਚ ਇਹ ਚ ਨਹੀਂ ਹੈਗਾ, ਉਹੀ ਸਾਂਝਾ ਹੋਊਗਾ ਜਿਹੜਾ ਦੋਨਾਂ ਦੇ ਵਿੱਚ ਹੋਊਗਾ, ਯਾਨੀ ਕਿ ਦੋਨਾਂ ਦੇ ਵਿੱਚ ਤਾਂ 2 ਹੀ ਆ, 2 ਮੇਰੇ ਕੋਲ ਸਾਂਝਾ, ਤਾਂ ਮੇਰੇ ਕੋਲ HCF ਕਿੰਨਾ ਆ ਗਿਆ 2 ਆ ਗਿਆ। ਤਾਂ LCM ਮੇਰੇ ਕੋਲ ਕਿਸ ਤਰੀਕੇ ਨਾਲ ਹੋਊਗਾ, ਫਿਰ LCM ਮੈਂ ਤੁਹਾਨੂੰ ਦੱਸਿਆ ਜਿਹੜਾ ਸਾਂਝਾ ਹੋਊਗਾ ਉਹ ਮੈਂ ਇੱਕ ਵਾਰੀ ਲਿਖੂੰਗਾ, ਬਾਕੀ ਜਿਹੜੇ ਰਹਿ ਗਏ ਉਹਨੂੰ ਸਾਰਿਆਂ ਨੂੰ ਗੁਣਾ ਵਿੱਚ ਲਿਖ ਦੂੰਗਾ। ਬਾਕੀ ਮੇਰੇ ਕੋਲ ਕਿਹੜਾ ਰਹਿ ਗਿਆ 3 ਰਹਿ ਗਿਆ, 5 ਰਹਿ ਗਿਆ, ਉੱਪਰੋਂ 17 ਰਹਿ ਗਿਆ, 3 5 ਤੇ 17 ਮੈਂ ਕਿਹਾ ਐਜ ਇਟ ਲਿਖ ਲਿਆ। ਇਸ ਤੋਂ ਬਾਅਦ 2 ਤੇ 23 ਰਹਿ ਗਿਆ, 2 ਤੇ 23 ਰਹਿ ਗਿਆ। ਇਹਨਾਂ ਸਾਰਿਆਂ ਨੂੰ ਮੈਂ ਮਲਟੀਪਲਾਈ ਕਰ ਲੂੰਗਾ, ਮੇਰੇ ਕੋਲ ਮਲਟੀਪਲਾਈ ਕਰਕੇ ਦੇਖੋ ਕੀ ਆਊਗਾ 6 ਆ ਗਿਆ, 3 ਦੂਣੀ 6 ਹੁੰਦਾ ਮੇਰੇ ਕੋਲ, 6 ਨੂੰ ਮੈਂ 5 ਨਾਲ ਕੀਤਾ, ਮੇਰੇ ਕੋਲ 30 ਆ ਗਿਆ, 30 ਨੂੰ ਮੈਂ ਇਹਦੇ ਨਾਲ ਕੀਤਾ 60 ਆ ਗਿਆ, 60 ਨੂੰ 17 ਨਾਲ करके लिखूंगा, पहला 60 ਨੂੰ मैं 17 ਨਾਲ मल्टीप्लाई करूंगा, 0 आ गया, 42 आ गया, 0 आ गया, 6 आ गया, यानी कि मेरे को 1020 आ गया। इस तो बाद मैं 23 ना करूंगा, 23 रहता मेरे को कला, 0 आ गया, 6 आ गया, 0 आ गया, 3 आ गया, 0 आ गया, 4 आ गया, 0 आ गया, 2 आ गया, यानी कि मेरे को 23460 आ गया, 23460। गाइस ਇਹਦਾ ਤੁਹਾਡਾ ਆਪਦਾ ਕੰਮ ਆ, ਠੀਕ ਹੈ, ਮਲਟੀਪਲਾਈ ਵੀ ਕਰਨੇ ਸਾਰਿਆਂ ਨੂੰ, ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕੀਤਾ ਤਾਂ ਮੇਰੇ ਕੋਲ ਕੀ ਆ ਗਿਆ 23460 ਆ ਗਿਆ। ਇਹੀ ਮੇਰੇ ਕੋਲ ਕੀ ਆ ਗਿਆ ਮੇਰਾ HCF ਆ ਗਿਆ। ਹੁਣ ਮੈਨੂੰ ਕਹਿੰਦੇ ਵੈਰੀਫਾਈ ਕਰੋ, ਮੈਂ ਤੁਹਾਨੂੰ ਪਹਿਲਾਂ ਵੈਰੀਫਾਈ ਕਰਨਾ ਭੁੱਲ ਗਿਆ, ਜਾਨੀ ਕਿ ਜਾਂਚ ਕਰਨੀ ਦੱਸਣਾ ਭੁੱਲ ਗਿਆ, ਮੈਂ ਜਾਂਚ ਕਰਨੀ ਦੱਸਦਾ ਤੁਹਾਨੂੰ, ਜਾਂਚ ਕਿਸ ਤਰੀਕੇ ਨਾਲ ਕਰਦੇ ਆਪਾਂ ਅਗਲੇ ਸਮ ਦੇ ਵਿੱਚ ਦੱਸੂ ਮੈਂ ਜਾਂਚ ਕਿਸ ਤਰੀਕੇ ਨਾਲ ਕਰਨੀ ਹੈ, ਠੀਕ ਆ। ਇਸ ਤੋਂ ਬਾਅਦ ਮੈਂ 337 ਤੇ 54 ਨੂੰ ਕਰਾਂਗਾ। ਇਹਦੇ ਮੈਂ ਕਿਸ ਤਰੀਕੇ ਨਾਲ ਕਰੂੰਗਾ 337 ਦੇ ਮੈਂ ਪਹਿਲਾਂ ਉਸੇ ਤਰੀਕੇ ਨਾਲ 1 दूनी दूनी 6 दूनी 12 मेरे को 8 दूनी 16 इस तरीके ਨਾਲ बन गया। फिर मेरे को 2 ਤੇ ਜਾਊਗਾ 8 दूनी 16 4 आ गया, फिर 2 ਤੇ ਜਾਊਗਾ 4 2, फिर 2 ਤੇ ਜਾਊਗਾ ਮੇਰੇ ਕੋਲ 21 आ गया, 21 मेरे को 3 ਤੇ ਜਾਊਗਾ 7 आ गया, 7 7 ਤੇ ਜਾਊਗਾ ਮੇਰੇ ਕੋਲ 1 आ गया। ਉਸੇ ਤਰੀਕੇ ਨਾਲ मैं फिर 54 ਦੇ ਕਰੂੰਗਾ, 2 ਤੇ ਗਿਆ 27 आ गया, 3 ਤੇ ਗਿਆ ਮੇਰੇ ਕੋਲ 9 आ गया, फिर 3 ਤੇ ਗਿਆ 3 आ गया, 3 ਤੇ ਗਿਆ 1 आ गया। इस तरीके ਨਾਲ ਆਪਾਂ ਕੀ ਕਰਾਂਗੇ ਇਹਨੂੰ। फिर 337 ਦੇ ਮੈਂ ਲਿਖੂੰ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਬਣ ਗਏ 2 ਗੁਣਾ 2 ਗੁਣਾ 2 ਗੁਣਾ 2 ਗੁਣਾ 3 ਗੁਣਾ 7, ਆ ਸਾਰੇ ਮੈਂ ਕੀ ਲਿਖ ਲੂੰਗਾ। ਉਸੇ ਤਰੀਕੇ ਨਾਲ 54 ਦੇ ਮੈਂ ਸਾਰੇ ਲਿਖ ਲੂੰਗਾ 2 ਗੁਣਾ 3 ਗੁਣਾ 3 ਗੁਣਾ 3,
ਇਹਦੇ ਵਿੱਚ ਕਾਮਨ ਕਿਹੜਾ ਹੈਗਾ, ਇੱਕ ਦਾ ਗਾਇਸ ਮੇਰੇ ਕੋਲੇ 2 ਕਾਮਨ ਆ ਗਿਆ। ਹੋਰ ਦੇਖੋ ਕਿਹੜਾ ਕਾਮਨ ਆ ਗਿਆ, ਇੱਕ ਮੇਰੇ ਕੋਲ 3 ਕਾਮਨ ਆ ਗਿਆ। ਹੋਰ ਕੁਝ ਕਾਮਨ ਹੈਗਾ ਮੇਰੇ ਕੋਲ? ਨਹੀਂ ਹੈਗਾ ਕਾਮਨ। ਜੇ ਨਹੀਂ ਹੈਗਾ ਤਾਂ ਮੈਂ ਨਹੀਂ ਲੈਂਦਾ। ਤਾਂ ਮੇਰੇ ਕੋਲ HCF ਕਿੰਨਾ ਆ ਗਿਆ, 2 ਗੁਣਾ 3, ਯਾਨੀ ਕਿ ਮੇਰੇ ਕੋਲ HCF ਕਿੰਨਾ ਆ ਗਿਆ, 6 ਆ ਗਿਆ। ਤਾਂ ਉਸੇ ਤਰੀਕੇ ਨਾਲ ਮੈਂ LCM ਕਿਸ ਤਰੀਕੇ ਨਾਲ ਕੱਢੂੰਗਾ, ਜਿਹੜੇ ਮੇਰੇ ਕੋਲ ਸਾਂਝੇ ਆ ਗਏ ਉਹ ਤਾਂ ਮੈਂ ਉਵੇਂ ਲਿਖ ਦੂੰਗਾ, ਯਾਨੀ ਕਿ ਇੱਕ ਤਾਂ ਮੇਰੇ ਕੋਲ 2 ਸਾਂਝਾ ਹੈ, ਇੱਕ 3 ਆਇਆ, ਬਾਕੀ ਜਿਹੜੇ ਰਹਿ ਗਏ ਮੈਂ ਸਾਰੇ ਗੁਣਾ 'ਚ ਲਿਖ ਦੂੰਗਾ। ਉੱਪਰੋਂ ਮੇਰੇ ਕੋਲ 2 ਗੁਣਾ 2 ਲਿਖ ਲਿਆ ਮੈਂ, 3 ਨੇ, ਫਿਰ 1 7 ਦੀ 7 ਲਿਖ ਲਿਆ। ਇਧਰੋਂ ਮੇਰੇ ਕੋਲ 3 ਗੁਣਾ 3 ਸੀ, ਉਹ ਕਿਹਾ ਮੈਂ ਲਿਖ ਲਿਆ। ਸਾਰਿਆਂ ਨੂੰ ਮੈਂ ਮਲਟੀਪਲਾਈ ਕਰ ਦੂੰਗਾ। 6 ਆ ਗਿਆ, 12 ਆ ਗਿਆ, 12 ਨਾਲ 24, 24 ਨਾਲ ਮੇਰੇ ਕੋਲੇ ਕਿੰਨਾ ਦਾ 48, ਠੀਕ ਹੈ। 48 ਨੂੰ ਮੈਂ 7 ਨਾਲ ਮਲਟੀਪਲਾਈ ਕਰੂੰਗਾ, ਮੇਰੇ ਕੋਲੇ 28 ਤੇ 5 33 ਆ ਗਿਆ। ਤੇ ਫਿਰ ਇਸ ਤੋਂ ਬਾਅਦ ਮੈਂ 9 ਨੂੰ ਮਲਟੀਪਲਾਈ ਕਰ ਦੂੰਗਾ ਗਾਇਸ ਸਿੱਧਾ, ਕਿਉਂਕਿ 3 ਨੂੰ 3 ਨਾਲ ਕੀਤਾ, 9 ਨੂੰ ਮੈਂ ਇਹਦੇ ਨਾਲ ਮਲਟੀਪਲਾਈ ਕਰ ਦੂੰਗਾ। ਮੈਂ ਇਹਦੇ ਨਾਲ ਮਲਟੀਪਲਾਈ ਕੀਤਾ ਤਾਂ ਮੇਰੇ ਕੋਲੇ ਕਿਹਾ 4 ਆ ਗਿਆ, 5 ਆ ਗਿਆ। ਮੇਰੇ ਕੋਲੇ 27 ਤੇ 5 32 ਹੁੰਦਾ, ਤਾਂ ਮੇਰੇ ਕੋਲੇ ਕੀ ਹੈਗਾ, 3 ਆ ਗਿਆ। ਮੇਰੇ ਕੋਲ 27 ਤੇ 5 27 ਤੇ 3 ਮੇਰੇ ਕੋਲ ਕਿੰਨਾ ਆ ਗਿਆ, 30 ਆ ਗਿਆ। ਯਾਨੀ ਕਿ ਮੇਰੇ ਕੋਲ LCM ਮੇਰੇ ਕੋਲ ਕਿੰਨਾ ਆ ਗਿਆ, 30 24 ਆ ਗਿਆ। ਤਾਂ LCM ਮੇਰੇ ਕੋਲ ਗਾਇਸ ਕਿੰਨਾ ਆ ਗਿਆ, 30 24 ਆ ਗਿਆ। ਇਹ ਮੇਰੇ ਕੋਲ ਕੀ ਆ ਗਿਆ, LCM ਆ ਗਿਆ। ਹੁਣ ਮੈਨੂੰ ਕਹਿੰਦੇ ਜਾਂਚ ਕਰੋ। ਜਾਂਚ ਗਾਇਸ ਮੈਂ ਕਿਸ ਤਰੀਕੇ ਨਾਲ ਕਰੂੰਗਾ, ਮੈਂ ਤੁਹਾਨੂੰ ਜਾਂਚ ਕਰਨੀ ਦੱਸ ਦੇਣਾ ਕਿਸ ਤਰੀਕੇ ਨਾਲ ਕਰੂੰਗਾ, ਨਾਮ ਮਿਟੇ ਦੇਣਾਗਾ, ਕਿਉਂਕਿ ਇਹਦਾ ਮੇਰੇ ਕੋਲ ਕੋਈ ਕੰਮ ਨਹੀਂ। LCM ਮੇਰੇ ਕੋਲ HCF ਮੇਰੇ ਕੋਲ ਕਿੰਨਾ ਆਇਆ ਸੀ, 6 ਆ ਗਿਆ। ਮੈਂ ਇੱਥੇ ਲਿਖਣਾ। ਹੁਣ ਮੇਰੇ ਕੋਲ ਮੈਂ ਜਾਂਚ ਕਿਸ ਤਰੀਕੇ ਨਾਲ ਕਰੂੰਗਾ। ਜਾਂਚ ਵੈਸੇ ਇਹਨਾਂ ਨੇ ਆਪਾਂ ਨੂੰ ਦੇ ਹੀ ਦਿੱਤਾ, ਜਾਂਚ ਦਾ ਇਹਨਾਂ ਨੇ ਆਪਾਂ ਨੂੰ ਦੇ ਹੀ ਦਿੱਤਾ, ਜਾਣੀ ਕਿ ਜਿਹੜੀਆਂ 2 ਸੰਖਿਆਵਾਂ ਦਾ ਗੁਣਨਫਲ, ਜਾਣੀ ਕਿ ਮੇਰੇ ਕੋਲ 2 ਸੰਖਿਆਵਾਂ ਕਿਹੜੀਆਂ ਨੇ, ਉਹਨਾਂ ਦਾ ਗੁਣਨਫਲ, ਜਾਣੀ ਕਿ 26 ਗੁਣਾ 91। ਇਹ 2 ਸੰਖਿਆਵਾਂ ਨੇ, ਇਹਨਾਂ ਦਾ ਮੈਂ ਕੀ ਕਰਤਾ, ਗੁਣਨਫਲ ਕੀ ਆ ਕਰਤਾ। ਇਜ ਇਕੁਅਲ ਟੂ ਕਿਹਦੇ ਹੈਗਾ, HCF ਤੇ LCM ਦੀ ਗੁਣਾ ਦੇ। ਮੇਰੇ ਕੋਲ LCM ਮੇਰੇ ਕੋਲ ਕਿੰਨਾ ਹੈ ਗਾਇਸ, 30 24 ਮੈਂ ਕਿਹਾ ਲਾ ਲਿਆ। ਇਸ ਤੋਂ ਬਾਅਦ HCF ਮੇਰੇ ਕੋਲ ਕਿੰਨਾ ਆਏਗਾ, 6, ਮੈਂ 6 ਲਾਇਆ। ਇਹਨਾਂ ਦੋਨਾਂ ਦੀ ਮਲਟੀਪਲਾਈ ਕਰ ਦੋ ਤੁਹਾਡੇ ਕੋਲ। ਮੇਰੇ ਕੋਲ 24 ਆ ਗਿਆ, 2 ਗਏ ਹਾਸਲ, ਮੇਰੇ ਕੋਲ 12 ਤੇ 14, 1 ਗਏ ਹਾਸਲ, 1 ਆ ਗਿਆ, 18 ਆ ਗਿਆ। ਇਧਰੋਂ ਵੀ ਜਦੋਂ ਮੈਂ ਇਹਨੂੰ ਵੀ ਇਹਦੇ ਨਾਲ ਮਲਟੀਪਲਾਈ ਕਰੂੰਗਾ ਤਾਂ ਮੇਰੇ ਕੋਲ ਇੰਨੀ ਆ ਜਾਊਗਾ। ਜਦੋਂ ਇਹ ਦੋਨੇ ਮੇਰੇ ਕੋਲੇ ਕੀ ਆ ਬਰਾਬਰ ਆ ਗਏ, ਇਹਦਾ ਮਤਲਬ ਮੇਰੇ ਕੋਲੇ ਜਿਹੜਾ ਸਮ ਮੇਰਾ ਬਿਲਕੁਲ ਕੀ ਆ ਸਹੀ ਹੈਗਾ। ਇਸ ਤਰੀਕੇ ਨਾਲ ਮੈਂ ਕੀ ਇਹਨੂੰ ਕੀ ਆ ਸੋਲਵ ਕਰ ਸਕਦਾਗਾ। ਗਾਇਸ ਕੁਛ ਨਹੀਂ ਆਏ ਪੇਪਰ ਦੇ ਵਿੱਚ ਤੁਹਾਨੂੰ ਦੇਣਗੇ, ਜਿਹੜੀ ਜਾਂਚ ਕਰਨੀ ਹੈ ਦੇਣਗੇ, ਜਿਹੜੀਆਂ ਵੀ ਆ 2 ਸੰਖਿਆਵਾਂ ਹੋਣਗੀਆਂ, ਯਾਨੀ ਕਿ 2 ਸੰਖਿਆਵਾਂ ਦਾ ਗੁਣਨਫਲ, ਯਾਨੀ ਕਿ ਜਿਹੜੀਆਂ ਵੀ ਮੇਰੇ ਕੋਲ ਆ 2 ਸੰਖਿਆਵਾਂ ਨੇ ਨਾ, ਇਹਨਾਂ ਦਾ ਗੁਣਨਫਲ, ਯਾਨੀ ਕਿ ਮੈਂ ਆ 2 ਸੰਖਿਆਵਾਂ ਇਹਦਾ ਕੀਤਾ ਨਾ ਜਾਂਚ, ਇਹਨਾਂ ਦੋਨਾਂ ਸੰਖਿਆਵਾਂ ਦਾ ਮੈਂ ਕੀ ਗੁਣਨਫਲ ਕੀ ਲਊਂਗਾ। ਯਾਨੀ ਕਿ ਮੇਰੇ ਕੋਲ ਮੈਂ 26 91 ਲੈ ਲਿਆ, ਇਹਦੇ ਵਿੱਚ ਮੈਂ ਆ ਲੈਣਾ ਸੀ 337 ਤੇ 54 ਲੈਣਾ, ਕਿਉਂਕਿ ਮੈਂ ਇਹਦਾ ਕੀਤਾ ਨਾ, ਇਹਦਾ ਕੀਤਾ। ਇਹਦੇ ਵਿੱਚ ਮੇਰੇ ਕੋਲ ਕੀ ਆ 2 ਸੰਖਿਆਵਾਂ ਦਾ ਮੈਂ ਗੁਣਨਫਲ ਕਰਤਾ, ਕਿਹਦੇ ਬਰਾਬਰ ਹੈ, LCM ਤੇ HCF ਦੇ। LCM ਮੇਰੇ ਕੋਲ ਇੰਨਾ ਆ, HCF ਇੰਨਾ ਆ। ਇਹਨਾਂ ਦੋਨਾਂ ਨੂੰ ਮਲਟੀਪਲਾਈ ਕੀਤਾ ਤਾਂ ਇਹਨੂੰ ਇਹਦੇ ਨਾਲ ਕੀਤਾ, ਇਹਦਾ ਵੀ ਇੰਨਾ ਹੋਊ, ਇਹਦਾ ਵੀ ਇੰਨਾ ਹੋਊ। ਇਹਦਾ ਮਤਲਬ ਮੇਰਾ ਸਮ ਕੀ ਬਿਲਕੁਲ ਸਹੀ ਆ। ਇਸ ਤਰੀਕੇ ਨਾਲ ਮੈਂ ਕੀ ਇਹਨੂੰ ਕੀ ਕਰ ਸਕਦਾ। ਜੇ ਕਿਸੇ ਨੂੰ ਸਮਝ ਨਾ ਲੱਗੀ ਹੋਈ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਸਕਦਾ। ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਇਹਦਾ। ਗਾਇਸ ਆਪਣੇ ਕੋਲ ਐਕਸਰਸਾਈਜ਼ 1.2 ਦਾ ਆਪਣੇ ਕੋਲੇ 3rd ਪਾਰਟ ਹੈਗਾ। ਇਹ ਜਿਹੜਾ 3rd ਪਾਰਟ ਹੈਗਾ ਇਹ ਬਿਲਕੁਲ ਕੀ ਹੈ 2nd ਪਾਰਟ ਨਾਲ ਹੈ। ਜਿਸ ਤਰ੍ਹਾਂ ਆਪਾਂ ਦੂਸਰਾ ਪਾਰਟ ਕਰਿਆ ਸੀ ਉਸੇ ਤਰੀਕੇ ਨਾਲ ਕੀ ਹੈਗਾ ਆਪਾਂ ਤੀਸਰਾ ਪਾਰਟ ਕਰਾਂਗੇ। ਇਹਦੇ ਵਿੱਚ ਵੀ ਆਪਾਂ ਕੀ HCF ਤੇ ਕੀ ਪਤਾ ਕਰਨਾ, LCM ਪਤਾ ਕਰਨਾ। ਗਾਇਸ ਇਹਦੇ ਵਿੱਚ ਫਰਕ ਪਤਾ ਕੀ ਹੈ, ਅੱਗੇ ਆਪਣੇ ਕੋਲੇ 2 ਨੰਬਰ ਦਿੱਤੇ ਹੁੰਦੇ ਸੀ, ਬਟ ਹੁਣ ਇਹਦੇ ਵਿੱਚ ਆਪਾਂ ਨੂੰ ਕਿੰਨੇ ਨੰਬਰ ਦੇਤੇ, ਇਹਨਾਂ ਨੇ 3 ਨੰਬਰ ਦੇਤੇ। 1 2 ਤੇ 3 ਨੰਬਰ ਦੇਤੇ। ਇਹਨਾਂ ਦਾ ਆਪਾਂ ਕੀ HCF ਤੇ LCM ਪਤਾ ਕਰਾਂਗੇ। ਦੇਖੋ ਹੁਣ ਕਿਸ ਤਰੀਕੇ ਨਾਲ ਆਪਾਂ ਪਤਾ ਕਰਾਂਗੇ, ਬਿਲਕੁਲ ਉਸੇ ਤਰੀਕੇ ਨਾਲ ਆਸਾਨ ਜਿਹਾ ਸਵਾਲ ਹੈ ਇਹ। ਪਹਿਲਾਂ 12 ਦੇ ਆਪਾਂ ਕੀ ਗੁਣਨਖੰਡ ਬਣਾਵਾਂਗੇ। 12 ਮੇਰੇ ਕੋਲੇ ਕਿਤੇ ਜਾਊ, 2 ਤੇ ਜਾਊਗਾ, 2 ਤੇ ਆ ਕੇ ਮੇਰੇ ਕੋਲੇ 6 ਆ ਗਿਆ, ਫਿਰ 2 ਤੇ ਗਿਆ, 2 ਤੇ ਜਾ ਕੇ ਮੇਰੇ ਕੋਲੇ 3 ਆ ਗਿਆ, 3 ਤੇ ਜਾਊ ਮੇਰੇ ਕੋਲੇ ਕੀ ਆ ਗਿਆ 1 ਆ ਗਿਆ। ਉਸੇ ਤਰੀਕੇ ਨਾਲ ਮੈਂ 15 ਦੇ ਫੈਕਟਰ ਬਣਾਉਂਗਾ, ਮੇਰੇ ਕੋਲੇ 3 ਆ ਗਿਆ, 3 ਤੇ ਜਾ ਕੇ ਮੇਰੇ ਕੋਲੇ 5 ਆਊਗਾ, 5 ਤੇ ਜਾਊਗਾ ਇਹ ਮੇਰੇ ਕੋਲੇ 1 ਆ ਗਿਆ। ਆਈ ਹੋਪ ਆ ਸਾਰਿਆਂ ਨੂੰ ਤੁਹਾਨੂੰ ਫੈਕਟਰ ਬਣਾਉਣੇ ਆਉਂਦੇ ਹੋਣਗੇ। ਜਿਹਨੂੰ ਨਹੀਂ ਆਉਂਦੇ ਉਹ ਮੇਰੀ ਕੀ ਹੈਗਾ ਪਹਿਲਾਂ ਵਾਲੇ ਕੀ ਹੈਗਾ ਦੇਖ ਲਓ, ਪਹਿਲਾਂ ਸਕਿਪ ਨਾ ਕਰਿਓ ਵੀਡੀਓ ਜਮਾਂ ਵੀ, ਠੀਕ ਆ। ਜਦੋਂ ਤੁਸੀਂ ਅਖੀਰ ਤੱਕ ਦੇਖੋਗੇ ਤੁਹਾਨੂੰ ਸਾਰਾ ਕੁਝ ਕੀ ਹੈ ਸਮਝ ਲੱਗ ਜੂਗਾ। 3 ਤੇ ਗਿਆ ਮੈਂ 7 ਆ ਗਿਆ, 7 ਤੇ ਜਾ ਕੇ ਮੇਰੇ ਕੋਲੇ ਕੀ ਆ ਗਿਆ 1 ਆ ਗਿਆ। ਉਸੇ ਤਰੀਕੇ ਨਾਲ ਮੈਂ 12 ਦੇ ਸਾਰੇ ਕੀ ਹੈਗਾ ਫੈਕਟਰ ਲਿਖ ਲੂੰਗਾ, 2 into 3, ਫਿਰ ਮੈਂ 15 ਦੇ ਲਿਖੂੰਗਾ ਸਾਰੇ 3 into 5। ਉਸੇ ਤਰੀਕੇ ਨਾਲ ਮੈਂ 21 ਦੇ ਲਿਖੂ ਸਾਰੇ ਮੇਰੇ ਕੋਲੇ 3 into 7। ਤਾਂ ਇਹਦੇ ਵਿੱਚ ਮੇਰੇ ਕੋਲੇ HCF ਕਿਹੜਾ ਹੁੰਦਾ ਹੈਗਾ ਗਾਇਸ, ਜਿਹੜਾ ਕੀ ਹੈਗਾ ਕਾਮਨ ਆਵੇ। ਕਾਮਨ ਮੇਰੇ ਕੋਲੇ ਕੀ ਆ ਗਿਆ 3, ਮੇਰੇ ਕੋਲੇ ਕੀ ਆ ਕਾਮਨ ਆ ਗਿਆ, ਜਾਨੀ ਕਿ ਮੇਰੇ ਕੋਲ 3 ਇਹਦੇ ਵਿੱਚ ਵੀ ਆ, ਇਹਦੇ ਵਿੱਚ ਵੀ ਆ, ਇਹਦੇ ਵਿੱਚ ਵੀ ਆ, ਜਾਨੀ ਕਿ ਮੇਰੇ ਕੋਲੇ HCF ਫਿਰ ਕਿੰਨਾ ਆ ਗਿਆ ਮੇਰੇ ਕੋਲੇ 3 ਆ ਗਿਆ। ਤਾਂ ਤੁਹਾਨੂੰ ਸਾਰਿਆਂ ਨੂੰ ਕੀ ਹੈਗਾ ਇਹ ਵੀ ਕੀ ਆ ਪਤਾ ਹੈਗਾ।
LCM ਮੇਰੇ ਕੋਲੇ ਕਿਸ ਤਰੀਕੇ ਨਾਲ ਆਊਗਾ ਮੈਂ ਤੁਹਾਨੂੰ ਦੱਸਿਆ ਜੀ, ਜਿਹੜਾ ਮੇਰੇ ਕੋਲੇ ਸਾਂਝਾ ਹੁੰਦਾਗਾ ਕਾਮਨ ਹੁੰਦਾ ਉਹਦਾ ਮੈਂ ਕਿਹਾ 1 ਲਿਖ ਲੂੰਗਾ, ਜਾਨੀ ਕਿ ਮੇਰੇ ਕੋਲ ਸਾਂਝਾ ਕੀ ਆ 3 ਆ, ਬਾਕੀ ਜਿੰਨੇ ਰਹਿ ਗਏ ਉਹਨਾਂ ਨੂੰ ਸਾਰਿਆਂ ਨੂੰ ਗੁਣਾ ਦੇ ਵਿੱਚ ਲਿਖੂੰਗਾ। ਉੱਪਰ ਮੇਰੇ ਕੋਲੇ 2 ਰਹਿ ਗਿਆ, ਇਹ ਲਿਖ ਲਿਆ ਮੈਂ, ਫਿਰ ਇੱਥੇ ਮੇਰੇ ਕੋਲੇ 5 ਰਹਿ ਗਿਆ, ਇੱਥੇ ਮੇਰੇ ਕੋਲੇ 7 ਰਹਿ ਗਿਆ, ਉਹ ਵੀ ਮੈਂ ਕੀ ਹੈਗਾ ਐਸੇ ਤਰੀਕੇ ਨਾਲ ਮਲਟੀਪਲਾਈ ਦੇ ਵਿੱਚ ਲਿਖ ਲਿਆ। ਸਾਰਿਆਂ ਨੂੰ ਮੈਂ ਇਹਨਾਂ ਨੂੰ ਕੀ ਹੈਗਾ ਮਲਟੀਪਲਾਈ ਕਰ ਦੂੰਗਾ, ਗੁਣਾ ਕਰ ਲਿਓ। 3 ਨੂੰ ਜਦੋਂ ਦੋਣਾ ਕੀਤਾ 6 ਨੂੰ ਦੋਣਾ ਕੀਤਾ 12 ਨੂੰ 5 ਨਾਲ ਕੀਤਾ 60 ਨੂੰ ਮੈਂ ਜਦੋਂ 7 ਨਾਲ ਗੁਣਾ ਕਰੂੰਗਾ ਤਾਂ ਮੇਰੇ ਕੋਲੇ 420 ਆ ਜਾਊਗਾ। ਇਸ ਤਰੀਕੇ ਨਾਲ ਮੇਰੇ ਕੋਲੇ ਕੀ ਹੈਗਾ ਮੇਰਾ ਕੀ ਆ ਆਨਸਰ ਜਿਹੜਾ ਉਹ ਕੀ ਆ ਫਾਈਂਡ ਹੋ ਗਿਆ। ਬਸ ਸਿੰਪਲ ਜਿਹਾ ਸਮ ਗਾਇਸ 2 ਜਾਂ 3 ਨੰਬਰ ਦਾ ਕੀ ਪੇਪਰ ਦੇ ਵਿੱਚ ਇਹ ਆਉਂਦਾ ਹੁੰਦਾਗਾ। ਇਹਦੇ ਵਿੱਚ ਗਾਇਸ ਤਾਂ 3 ਨੰਬਰ ਦਾ ਪੇਪਰ ਹੀ ਆਊਗਾ ਬੋਰਡ ਦੇ ਵਿੱਚ, ਤਾਂ ਕਰਕੇ ਕੀ ਆ ਇੱਕ ਤਾਂ 1 ਨੰਬਰ ਦਾ ਆਊਗਾ, ਇੱਕ 2 ਨੰਬਰ ਦਾ ਆਊਗਾ। ਤਾਂ ਕਰਕੇ ਆਪਾਂ ਉਹੀ ਸਮ ਕਰਾਂਗੇ ਜਿਹੜੇ ਕਿ ਆ ਮੋਸਟ ਇੰਪੋਰਟੈਂਟ ਆ। ਫਾਲਤੂ ਦੇ ਸਮ ਆਪਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈ। 2 ਨੰਬਰ ਦਾ ਕੋਈ ਵੀ ਆ ਸਕਦਾ, ਜਿੰਨੇ ਮੈਂ ਕਰਾਇਆ ਉਹਨਾਂ ਦੇ ਵਿੱਚ ਹੀ ਆਊਗਾ। ਜਿਹੜਾ 1 ਨੰਬਰ ਦਾ ਗਾ ਉਹ ਵੀ ਮੈਂ ਤੁਹਾਨੂੰ ਕੀ ਸਾਰੇ ਕੀ ਦੱਸੂਗਾ ਵੀ ਕਿਹੜਾ ਕਿਸ ਤਰੀਕੇ ਨਾਲ ਪੁੱਛਿਆ ਜਾਂਦਾਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਗਾਇਸ। ਇਹਦੇ ਵਿੱਚ ਮੇਰੇ ਕੋਲ ਕੀ ਆ ਮੈਂ ਸੈਕਿੰਡ ਕਰੂੰਗਾ। ਆਈ ਹੋਪ ਹੁਣ ਤੁਹਾਨੂੰ ਕੀ ਹੈਗਾ ਸਾਰਾ ਕੁਝ ਕੀ ਹੈਗਾ ਸਮਝ ਲੱਗ ਗਿਆ ਹੋਊਗਾ। ਜੇ ਸਮਝ ਲੱਗਦੀ ਹੈ ਚੈਨਲ ਨੂੰ ਲਾਈਕ ਕਰ ਦਿਓ, ਠੀਕ ਆ, ਸਬਸਕ੍ਰਾਈਬ ਕਰ ਦਿਓ। ਤਾਂ ਆ ਮੇਰੇ ਕੋਲੇ ਮੈਂ 17 ਦੇ ਬਣਾਉਂਗਾ। 17 ਮੇਰੇ ਕੋਲੇ ਹਮੇਸ਼ਾ 17 ਤੇ ਜਾਊਗਾ 1 ਆ ਗਿਆ, ਕਿਉਂਕਿ ਗਾਇਸ 17 ਤੇ ਹੀ ਜਾਊਗਾ, ਹੋਰ ਕਿਸੇ ਟੇਬਲ ਤੇ ਨਹੀਂ ਜਾਂਦਾ। ਇਹ ਜਿਹੜਾ 23 ਆ ਉਹ ਮੇਰੇ ਕੋਲੇ 23 ਦੇ ਟੇਬਲ ਤੇ ਜਾਊਗਾ 1 ਆ ਗਿਆ। ਉਸ ਤੋਂ ਬਾਅਦ ਮੇਰੇ ਕੋਲੇ 29 ਮੇਰੇ ਕੋਲੇ 29 ਤੇ ਹੀ ਜਾਊਗਾ, ਮੇਰੇ ਕੋਲੇ ਕੀ ਆ ਗਿਆ 1 ਆ ਗਿਆ। ਤਾਂ ਫਿਰ 17 ਦੇ ਕਿਹੜੇ ਫੈਕਟਰ ਬਣ ਗਏ 17 ਹੀ ਆ ਗਿਆ। 23 ਦੇ ਕਿਹੜੇ ਬਣ ਗਏ ਕੱਲਾ 23 ਆ ਗਿਆ। ਤਾਂ 29 ਦੇ ਕਿਹੜੇ ਬਣ ਗਏ ਕੱਲਾ 29 ਆ ਗਿਆ। ਤੁਸੀਂ ਕਹੋਗੇ ਸਰ ਇਹਦੇ ਵਿੱਚ ਤਾਂ ਕੁਝ ਕਾਮਨ ਨਹੀਂ ਆਉਂਦਾ, HCF ਮੈਂ ਕਿਸ ਤਰੀਕੇ ਨਾਲ ਕੱਢੂੰਗਾ? ਜਿਹਦੇ ਵਿੱਚ ਕੁਝ ਵੀ ਕਾਮਨ ਨਹੀਂ ਹੁੰਦਾ ਉਹਦੇ ਵਿੱਚ ਮੇਰੇ ਕੋਲ HCF ਮੇਰੇ ਕੋਲ ਕਿੰਨਾ ਹੋਊਗਾ 1 ਹੋਊਗਾ। ਗਾਇਸ ਪਤਾ ਕੀ ਹੈ, ਜਿਹਦੇ ਵਿੱਚ ਕੁਝ ਨਹੀਂ ਸਾਂਝਾ ਹੁੰਦਾ ਨਾ ਚੁੱਪ ਕਰਕੇ HCF ਕੀ ਲਾ ਲਓ ਤੁਸੀਂ 1 ਲਾ ਲਓ, ਕਿਉਂਕਿ ਆ 1 ਤੇ ਗਿਆ 1 ਆ ਗਿਆ, ਆ 1 ਤੇ ਗਿਆ 1 ਆ ਗਿਆ, ਆ 1 ਤੇ ਗਿਆ 1 ਆ ਗਿਆ, ਕਿਉਂਕਿ 1 ਤੇ ਗਿਆ 1 ਨਹੀਂ ਆਊਗਾ। ਇੱਥੇ ਚਾਹੇ ਫੇਰ 1 ਤੇ ਗਿਆ 1 ਆ ਗਿਆ, ਇੱਥੇ ਚਾਹੇ ਫੇਰ ਗਿਆ 1 ਤੇ 1 ਆ ਗਿਆ, ਪਰ ਆਪਾਂ ਕੀ ਹੈਗਾ ਕਰਦੇ ਨਹੀਂ ਹੁੰਦੇ, ਇੱਥੇ ਆਪਾਂ ਨੂੰ ਕੀ ਛੱਡ ਦੇਣੇ ਹੁੰਦੇ ਆ। ਤਾਂ ਕਰਕੇ into 1 ਲਾ ਲਓ, into 1 ਲਾ ਲਓ, into 1 ਲਾ ਲਓ, ਠੀਕ ਆ। HCF ਕਿੰਨਾ ਆ ਗਿਆ 1 ਆ ਗਿਆ। ਇਹਨੂੰ ਜੇ ਨਹੀਂ ਵੀ ਲਾਉਂਗੇ ਤਾਂ ਵੀ ਕੋਈ ਗੱਲ ਨਹੀਂ, ਠੀਕ ਹੈ, ਸਿੱਧਾ ਤੁਸੀਂ HCF 1 ਲਾ ਦਿਓ ਜੇ ਉਹਦੇ ਵਿੱਚ ਸਾਂਝਾ ਕੁਛ ਨਾ ਹੋਇਆ। ਤਾਂ LCM ਆਪਾਂ ਕਿਸ ਤਰੀਕੇ ਨਾਲ ਲਿਖਾਂਗੇ? ਜਿਹੜਾ ਸਾਂਝਾ ਹੁੰਦਾ ਉਹਨੂੰ ਕੀ ਹੈਗਾ ਇੱਕ ਵਾਰੀ ਮਲਟੀਪਲਾਈ ਦੇ ਵਿੱਚ ਲਿਖ ਲਾਂਗੇ, ਠੀਕ ਹੈ। 1 ਆ ਗਿਆ ਸਾਂਝਾ, ਕਿਉਂਕਿ ਇਸ ਤੋਂ ਬਾਅਦ ਜਿੰਨੇ ਵੀ ਰਹਿ ਗਏ ਉਹਨਾਂ ਨੂੰ ਸਾਰਿਆਂ ਨੂੰ ਐਜ਼ ਇਟ ਆਪਾਂ ਲਿਖ ਲਾਂਗੇ। ਗਾਇਸ ਆਪ ਤਾਂ 1 ਲਾਉਂਦਾ, ਜੇ ਨਾ ਵੀ ਲਾਉਂਗੇ ਕਿਉਂ ਸਰ ਜੂਗਾ, ਕਿਉਂਕਿ 17 ਨੂੰ ਮੈਂ 1 ਨਾਲ ਮਲਟੀਪਲਾਈ ਕਰੂੰਗਾ ਤਾਂ 17 ਹੀ ਆ ਜਾਊਗਾ। ਤਾਂ ਕਰਕੇ ਆਪਣੇ ਕੋਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਹੁਣ ਇਹਦੇ ਵਿੱਚ LCM ਆਪਾਂ ਕਿਸ ਤਰੀਕੇ ਨਾਲ ਕਰਾਂਗੇ? ਬਸ 1 ਨੂੰ 17 ਨਾਲ ਗੁਣਾ ਕੀਤਾ ਤਾਂ ਮੈਂ 17 ਆ ਗਿਆ, 17 ਨੂੰ 23 ਨਾਲ ਕਰੋ, ਜਿੰਨਾ ਆਨਸਰ ਆ ਗਿਆ ਉਹਨੂੰ 29 ਨਾਲ ਕੀ ਤੁਸੀਂ ਮਲਟੀਪਲਾਈ ਕਰ ਦਿਓ। ਤੁਹਾਡੇ ਕੋਲੇ ਕੀ ਹੈਗਾ 11339 ਕੀ ਹੈਗਾ ਆਨਸਰ ਆ ਜਾਊਗਾ, ਠੀਕ ਆ। ਇੰਨਾ ਤੁਹਾਡੇ ਕੋਲੇ ਕੀ ਹੈਗਾ ਜਿਹੜਾ LCM ਆ ਉਹ ਕੀ ਹੈਗਾ ਫਾਈਂਡ ਹੋ ਜਾਊਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ। ਨੈਕਸਟ ਮੇਰੇ ਕੋਲੇ ਕੀ ਹੈਗਾ ਪਹਿਲਾਂ 8 ਦੇ ਬਣਾਉਂਗਾ ਮੈਂ। 8 2 ਤੇ ਗਿਆ 4, 2 ਤੇ ਗਿਆ ਮੇਰੇ ਕੋਲੇ 2 2 1। ਗਾਇਸ ਪਹਿਲਾਂ ਵੀਡੀਓ ਰੋਕ ਲਿਓ, ਤੁਸੀਂ ਆਪ ਕਰਕੇ ਦੇਖਿਓ, ਫਿਰ ਇਸ ਤੋਂ ਬਾਅਦ ਕੀ ਆ ਸਮ ਤੁਸੀਂ ਦੇਖ ਕੇ ਕਰਨਾ ਹੈਗਾ। ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਪਹਿਲਾਂ ਵੀਡੀਓ ਰੋਕ ਕੇ ਆਪ ਕਰਕੇ ਦੇਖਣਾ ਹੈਗਾ ਵੀ ਤੁਹਾਨੂੰ ਆਉਣ ਲੱਗ ਗਿਆ ਜਾਂ ਨਹੀਂ। ਤਾਂ 8 ਦੇ ਫੈਕਟਰ ਬਣਾਉਂਗਾ, ਉਸੇ ਤਰੀਕੇ ਨਾਲ ਫੈਕਟਰ ਬਣ ਕੇ ਠੀਕ ਹੈ ਲਿਖੂੰਗਾ ਗੁਣਨਖੰਡ ਦੇ। ਉਸੇ ਤਰੀਕੇ ਨਾਲ ਮੈਂ 9 ਦੇ ਲਿਖੂੰਗਾ, ਉਸੇ ਤਰੀਕੇ ਨਾਲ ਮੈਂ ਕੀ 25 ਦੇ ਲਿਖੂੰਗਾ। ਇਹਦੇ ਵਿੱਚ ਗਾਇਸ ਮੇਰੇ ਕੋਲ ਸਾਂਝਾ ਹੈਗਾ ਕੁਝ ਨਹੀਂ ਹੈਗਾ, ਦੱਸੋ ਮੇਰੇ ਕੋਲ ਕੀ ਹੈ ਕਾਮਨ? ਇਹਦੇ ਵਿੱਚ ਕਾਮਨ ਕੁਝ ਵੀ ਨਹੀਂ, ਤਾਂ ਕਰਕੇ ਜਿਹਦੇ ਵਿੱਚ ਕੁਝ ਵੀ ਕਾਮਨ ਨਹੀਂ ਹੁੰਦਾ ਉਹਦੇ ਵਿੱਚ ਮੈਂ HCF ਕੀ ਲਾ ਲੂੰਗਾ 1 ਲਾ ਲੂੰਗਾ। ਜੇ ਕਾਮਨ ਨਹੀਂ ਹੈਗਾ ਤਾਂ ਫਿਰ ਇਹਦੇ ਵਿੱਚ ਮੇਰੇ ਕੋਲ ਕੀ ਹੈ LCM ਮੇਰੇ ਕੋਲ ਕੀ ਆਊਗਾ? ਦੇਖੋ HCF ਤਾਂ ਤੁਹਾਨੂੰ ਪਤਾ ਲੱਗ ਗਿਆ 1 ਆ ਗਿਆ, ਕਿਉਂਕਿ ਇਹਦੇ ਵਿੱਚ ਕੁਝ ਵੀ ਸਾਂਝਾ ਨਹੀਂ। ਦੇਖੋ 2 ਇਹਦੇ ਵਿੱਚ ਆ, ਇਹਦੇ ਵਿੱਚ ਨਹੀਂ, 3 ਇਹਦੇ ਵਿੱਚ ਆ, ਇਹਦੇ ਵਿੱਚ ਨਹੀਂ, 5 ਇੱਥੇ ਪਿਆ ਪਰ ਇੱਥੇ ਨਹੀਂ, ਤਾਂ ਕਰਕੇ ਸਾਂਝਾ ਤਾਂ ਮੇਰੇ ਕੋਲ ਕੁਛ ਆਉਂਦਾ ਨਹੀਂਗਾ। ਤਾਂ LCM ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਸਾਰਿਆਂ ਨੂੰ ਮੈਂ ਕੀ ਹੈਗਾ ਗੁਣਾ ਦੇ ਵਿੱਚ ਕੀ ਆ ਲਿਖ ਦੂੰਗਾ। ਬਾਕੀ ਕਿਉਂਕਿ ਸਾਰੀ ਬਾਕੀ ਰਹਿ ਗਏ ਤਾਂ ਸਾਰਿਆਂ ਨੂੰ ਮੈਂ ਕੀ ਹੈਗਾ ਐਜ਼ ਇਟ ਗੁਣਾ ਦੇ ਵਿੱਚ ਕੀ ਇਹਨਾਂ ਨੂੰ ਲਿਖ ਦੂੰਗਾ। ਸਾਰਿਆਂ ਨੂੰ ਗੁਣਾ ਕਰ ਲੂੰਗਾ ਮੈਂ। ਗੁਣਾ ਕਰਕੇ ਦੇਖ ਲਿਓ ਤੁਹਾਡੇ ਕੋਲੇ 4 ਆ ਗਿਆ, 4 8 ਆ ਗਿਆ, 8 ਨੂੰ 3 ਨਾਲ ਕੀਤਾ 24 ਆ ਗਿਆ, 24 ਤੇ ਆ 72। ਤਾਂ ਇਸ ਤੋਂ ਬਾਅਦ ਇਹਨੂੰ ਕਰ ਲਿਓ 72 ਨੂੰ ਕਰਕੇ ਇਹਦੇ ਤੇ ਫਿਰ 5 1800 ਆ ਜਾਊਗਾ ਗਾਇਸ, ਠੀਕ ਆ। ਤੁਹਾਡਾ LCM ਕਿੰਨਾ ਆ ਜਾਊਗਾ 1800 ਆ ਜਾਊਗਾ। ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਕੀ ਹੈਗਾ ਗੁਣਾ ਕਰਕੇ ਦੇਖ ਲਿਓ।
ਗਾਇਸ ਇਹ ਆਪਣੇ ਕੋਲੇ ਕੀ ਹੈਗਾ 4th ਪਾਰਟ ਹੈਗਾ ਐਕਸਰਸਾਈਜ਼ 1.2 ਦਾ। ਇਹਦੇ ਵਿੱਚ ਆਪਾਂ ਕੀ ਹੈਗਾ HCF 306 ਤੇ 657 ਦਾ ਮੇਰੇ ਕੋਲੇ ਇਹਨਾਂ ਨੇ ਕੀ ਦਿੱਤਾ 9 ਦਿੱਤਾ ਤੇ LCM ਮੈਂ ਕੀ ਹੈਗਾ 306 ਤੇ 657 ਦਾ ਕੀ ਆ ਪਤਾ ਕਰਨਾ ਹੈਗਾ। ਗਾਇਸ ਇਹਦੇ ਦੋ ਤਰੀਕੇ ਆ, ਮੈਂ ਤੁਹਾਨੂੰ ਦੋਨੇ ਤਿੰਨੇ ਦੱਸੂਗਾ, ਠੀਕ ਹੈ। ਜਿਵੇਂ ਆਪਾਂ ਪਹਿਲਾਂ ਕਰਦੇ ਰਹੇ ਹਾਂ ਉਸੇ ਤਰੀਕੇ ਨਾਲ ਵੀ ਦੱਸੂਗਾ ਤੇ ਇਹ ਇੱਕ ਹੋਰ ਤਰੀਕਾ ਗਾ ਮੈਂ ਉਹਦੇ ਨਾਲ ਵੀ ਦੱਸੂਗਾ। ਵੈਸੇ ਮੈਂ ਤਰੀਕੇ ਨਾਲ ਤੁਹਾਨੂੰ ਕਿਹਾ ਪਹਿਲਾਂ LCM ਕੱਢਣਾ ਦੱਸਤਾ। ਗਾਇਸ ਇਹਦੇ ਵਿੱਚ ਦੇਖੋ ਮੈਨੂੰ ਕੱਲਾ LCM ਪਤਾ ਕਰਨ ਨੂੰ ਕਿਹਾ ਇਹਨਾਂ ਨੇ, ਜਿਹੜਾ HCF ਆ ਉਹਨਾਂ ਨੇ ਮੈਨੂੰ ਕੀ ਹੈਗਾ ਇਹਨਾਂ ਨੇ 9 ਦੇਤਾ ਆਲਰੇਡੀ। LCM ਆਪਾਂ ਕਿਸ ਤਰੀਕੇ ਨਾਲ ਕਰਾਂਗੇ, ਸਿੰਪਲ ਜਿਹਾ ਤਰੀਕਾ ਹੈਗਾ, ਮੈਂ ਤੁਹਾਨੂੰ ਦੱਸਿਆ ਜੀ। ਜਦੋਂ ਵੀ ਮੇਰੇ ਕੋਲ ਆ ਜਿਹੜੇ ਦੋ ਨੰਬਰ ਹੈਗਾ ਇਹਨਾਂ ਨੂੰ ਮਲਟੀਪਲਾਈ ਦੇ ਵਿੱਚ ਰੱਖੋ 306 ਗੁਣਾ 657 ਨੂੰ, ਤੇ ਜਿਹੜਾ HCF ਆ ਉਹਨੂੰ ਕੀ ਹੈਗਾ ਡਿਵਾਈਡ ਦੇ ਵਿੱਚ ਰੱਖੋ। ਆਪਾਂ ਇਸ ਤਰੀਕੇ ਨਾਲ ਹੀ ਕੀ ਹੈਗਾ LCM ਪਤਾ ਕਰ ਕੀਤਾ ਸੀ ਨਾ ਪਹਿਲਾਂ ਦੇ ਸਮ ਦੇ ਵਿੱਚ, ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਵੀ ਜਿਹੜਾ ਮੈਂ LCM ਆ ਤਰੀਕੇ ਨਾਲ ਵੀ ਤੁਹਾਨੂੰ ਗਿਆ ਵੈਸੇ ਸਮਝਾਇਆ ਹੋਇਆਗਾ ਵੀ ਜਦੋਂ ਵੀ ਆਪਾਂ ਨੂੰ ਐ ਦਿੱਤਾ ਹੋਵੇ ਵੀ LCM ਆਪਾਂ ਪਤਾ ਕਰਨਾ ਹੋਵੇ ਤਾਂ 306 ਗੁਣਾ 657 ਜਿਹੜਾ ਉਹਨਾਂ ਨੂੰ ਮਲਟੀਪਲਾਈ ਦੇ ਵਿੱਚ ਰੱਖੋ ਤੇ ਜਿਹੜਾ HCF ਆ ਉਹਨੂੰ ਕੀ ਹੈਗਾ ਡਿਵਾਈਡ ਦੇ ਵਿੱਚ ਰੱਖੋ। ਇਹਦੇ ਵਿੱਚ 306 ਗੁਣਾ 657 ਗਾਇਸ ਇਹਦੇ ਵਿੱਚ ਮੇਰੇ ਕੋਲ HCF ਕਿੰਨਾ ਆਇਆ, HCF ਮੇਰੇ ਕੋਲ ਕਿੰਨਾ ਦਿੱਤਾ ਇਹਨਾਂ ਨੇ ਮੈਨੂੰ 9 ਦਿੱਤਾ ਤਾਂ ਮੈਂ 9 ਕੀ ਰੱਖ ਲਿਆ। ਉਸ ਤੋਂ ਬਾਅਦ ਇਹਨੂੰ ਮੈਂ ਤੇ ਕੱਟ ਦੂੰਗਾ, ਕਿੰਨੇ ਤੇ ਕੱਟਿਆ ਜਾਊਗਾ ਮੇਰੇ ਕੋਲੇ 9 ਕੀ 27 ਮੇਰੇ ਕੋਲੇ ਕਿੰਨੇ ਵੱਜ ਗਏ 3 ਤੇ 9 ਚੌਕਾ 37 ਯਾਨੀ ਕਿ ਇਸ ਤੋਂ ਬਾਅਦ ਮੈਂ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਤਾਂ ਮੇਰੇ ਕੋਲੇ ਕਿੰਨਾ ਆਊਗਾ, ਤੁਸੀਂ ਕੀ ਹੈਗਾ 34 ਨੂੰ 657 ਨਾਲ ਮਲਟੀਪਲਾਈ ਕਰ ਲਓਗੇ ਤਾਂ ਤੁਹਾਡੇ ਕੋਲੇ ਕੀ ਹੈਗਾ ਜਿਹੜਾ LCM ਆ ਉਹ ਕੀ ਹੈਗਾ ਤੁਹਾਡੇ ਕੋਲੇ ਫਾਈਂਡ ਹੋ ਜਾਊਗਾ। ਦੱਸੋ ਗਾਇਸ ਕਿੰਨਾ ਆਊਗਾ, ਜਦੋਂ ਮੈਂ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਤਾਂ ਮੇਰੇ ਕੋਲੇ ਮੇਰੇ ਖਿਆਲ ਦੇ ਵਿੱਚ 22338 ਆਊਗਾ, ਠੀਕ ਆ। ਕਿੰਨਾ ਆਊਗਾ ਮੇਰੇ ਕੋਲੇ 22338 ਯਾਨੀ ਕਿ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਕੇ ਤੁਹਾਡੇ ਕੋਲੇ ਕੀ ਹੈਗਾ 22338 ਆ ਜਾਊਗਾ। ਜੇ ਕਿਸੇ ਨੇ ਇਹ ਤਰੀਕੇ ਨਾਲ ਨਹੀਂ ਕਰਨਾ ਕੋਈ ਗੱਲ ਨਹੀਂ ਜੀ, ਠੀਕ ਆ, ਉਹਨੂੰ ਉਹੀ ਤਰੀਕੇ ਨਾਲ ਕਰੋ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਕਰਦੇ ਹੁੰਦੇ ਜੀ। ਦੇਖੋ ਨਾ ਆਪਾਂ HCF ਪਤਾ ਕਿਵੇਂ ਕਰਨਾ, 306 ਦਾ ਪਹਿਲਾਂ ਆਪਾਂ HCF ਪਤਾ ਕਰਾਂਗੇ। ਮੇਰੇ ਕੋਲ 2 ਤੇ ਗਿਆ, 2 ਤੇ ਜਾ ਕੇ ਮੇਰੇ ਕੋਲ ਕਿੰਨਾ ਆ ਗਿਆ, ਆਹ ਲੱਗ ਮੈਂ ਖੜਾ ਗਾਇਸ, ਠੀਕ ਹੈ। ਇਹ ਬਿਲਕੁਲ ਈਜ਼ੀ ਆ, ਜਦੋਂ ਤੁਹਾਨੂੰ HCF ਦੇਦਾ ਨਾ LCM ਕੱਢਣ ਨੂੰ ਕਹਿਣ ਤਾਂ ਤੁਸੀਂ ਆਹ ਤਰੀਕੇ ਨਾਲ ਕਰਿਓ। ਮੈਂ ਤਾਂ ਤੁਹਾਨੂੰ ਇਹ ਸੁਜੈਸ਼ਨ ਦਿੰਨਾਗਾ ਜਦੋਂ ਵੀ ਤੁਹਾਨੂੰ ਮਤਲਬ ਕਿ ਆ ਜਿਹੜੇ ਦੋ ਨੰਬਰ ਦਿੱਤੇ ਹੋਣਗੇ ਇਹਨਾਂ ਨੂੰ ਗੁਣਾ 'ਚ ਰੱਖੋ, ਜਿਹੜਾ HCF ਉਹਨੂੰ ਕੀ ਹੈਗਾ ਵੰਡੋ ਦੇ ਵਿੱਚ ਰੱਖ ਦਿਓ। HCF ਮੈਨੂੰ 9 ਦਿੱਤਾ, ਮੈਂ 9 ਕੀ ਵੰਡੋ ਦੇ ਵਿੱਚ ਰੱਖਤਾ, ਇਹਨੂੰ ਤੇ ਕੱਟ ਕਰਤਾ 34 ਹੈਗਾ, 34 ਨੂੰ ਇਹਨਾਂ ਮੈਂ ਗੁਣਾ ਕਰਤੀ, ਮੇਰੇ ਕੋਲੇ 22338 ਹੈਗਾ। ਜੇ ਇਸ ਤਰੀਕੇ ਨਾਲ ਨਹੀਂ ਕਰਨਾ ਉਹੀ ਤਰੀਕੇ ਨਾਲ ਵੀ ਤੁਸੀਂ ਇਹਨੂੰ ਕਰ ਸਕਦੇ ਹੋ। ਦੇਖੋ ਕਿਵੇਂ ਕਰੋਗੇ, ਆ ਮੇਰੇ ਕੋਲੇ ਕਿੰਨਾ ਆ ਗਿਆ 1 5 ਤੇ 3 ਆ ਗਿਆ, ਤਾਂ ਮੇਰੇ ਕੋਲੇ ਕਿੰਨੇ ਤੇ ਜਾਊਗਾ 3 ਤੇ ਜਾਊਗਾ, ਮੇਰੇ ਕੋਲੇ 5 1 ਆ ਗਿਆ। ਕਿੰਨੇ ਤੇ ਜਾਊਗਾ 3 ਤੇ ਜਾਊਗਾ, ਫਿਰ ਮੇਰੇ ਕੋਲੇ 17 ਆ ਗਿਆ 17 ਯਾਨੀ ਕਿ 17 ਦੀ ਉਹਦਾ 1 ਆ ਗਿਆ। ਇਸ ਤੋਂ ਬਾਅਦ ਮੈਂ 657 ਕਰੂੰਗਾ ਤਾਂ ਆ ਮੇਰੇ ਕੋਲੇ ਕਿੰਨੇ ਤੇ ਜਾਊਗਾ 3 ਤੇ ਜਾਊਗਾ, ਠੀਕ ਆ। 2 1 ਮੇਰੇ ਕੋਲੇ 9 ਇੰਨਾ ਆ ਗਿਆ, ਠੀਕ ਆ ਗਾਇਸ। ਆ ਜੀ 3 ਦੂਣੀ 6 1 ਦੀ 30 ਆ, 2 ਵੱਜ ਗਏ 9 ਤੇ 27। ਹੁਣ ਮੇਰੇ ਕੋਲੇ ਕਿੰਨੇ ਤੇ ਜਾਊਗਾ 3 ਤੇ ਫਿਰ ਜਾਊਗਾ 7 ਆ 21 33 ਔਰ 9। ਹੁਣ ਮੈਨੂੰ ਦੱਸੋ ਗਾਇਸ 73 ਕਿਤੇ ਜਾਊਗਾ, ਮੇਰੇ ਕੋਲੇ 73 ਕਿਤੇ ਜਾਊਗਾ, ਤੁਸੀਂ ਦੱਸੋ ਸਾਰੇ ਜਣੇ। ਮੇਰੇ ਕੋਲੇ 73 ਆ ਜਿਹੜਾ ਉਹ ਮੇਰੇ ਕੋਲੇ 73 ਤੇ ਹੀ ਜਾਊਗਾ। ਕੋਈ ਵੀ ਇਹ ਜਿਹਾ ਮੇਰੇ ਕੋਲੇ ਕੀ ਹੈਗਾ ਟੇਬਲ ਨਹੀਂ ਜਿੱਤੇ ਕੀ ਹੈਗਾ ਡਿਵਾਈਡ ਹੋਵੇ, ਯਾਨੀ ਕਿ 73 ਮੇਰੇ ਕੋਲ 73 ਤੇ ਜਾਊਗਾ, ਮੇਰੇ ਕੋਲੇ ਕੀ ਆ ਗਿਆ 1 ਆ ਗਿਆ। ਤਾਂ ਇਸ ਤੋਂ ਬਾਅਦ ਮੈਂ 306 ਦੇ ਮੇਰੇ ਕੋਲੇ ਕਿਹੜੇ ਫੈਕਟਰ ਬਣ ਗਏ 2 ਗੁਣਾ 3 ਗੁਣਾ 3 ਗੁਣਾ 17। ਉਸੇ ਤਰੀਕੇ ਨਾਲ ਮੇਰੇ ਕੋਲੇ 657 ਦੇ ਕਿਹੜੇ ਬਣ ਗਏ 3 ਗੁਣਾ 3 ਗੁਣਾ 73 ਯਾਨੀ ਕਿ ਮੇਰੇ ਕੋਲੇ ਕਾਮਨ ਕੀ ਆ ਗਿਆ ਇਹਦੇ ਵਿੱਚ 3 ਆ ਗਿਆ, ਆ 3 ਆ ਗਿਆ, ਯਾਨੀ ਕਿ ਮੇਰੇ ਕੋਲੇ HCF ਕੀ ਆ ਗਿਆ ਗਾਇਸ ਮੇਰੇ ਕੋਲੇ 3 into 3 ਯਾਨੀ ਕਿ ਮੇਰੇ ਕੋਲੇ 9 ਆ ਗਿਆ, ਕਿਉਂਕਿ ਆ ਦੋਨੇ ਸਾਂਝੇ ਹੈਗੇ ਨਾ 9 ਆ ਗਿਆ। ਤਾਂ LCM ਤੁਹਾਨੂੰ ਕੀ ਕਿਹਾ ਸੀ, ਜਿਹੜੇ ਕਾਮਨ ਹੁੰਦੇ ਆ ਉਹ ਤਾਂ ਦੋਨੇ ਰੱਖੋ, ਮੇਰੇ ਕੋਲ ਇਹ ਚੋਂ ਵੀ 3 ਕਾਮਨ ਆ ਗਿਆ, ਇਹ ਚੋਂ ਵੀ 3 ਆ ਗਿਆ, ਠੀਕ ਆ। ਜਿਹੜੇ ਬਾਕੀ ਰਹਿ ਗਏ ਉਹ ਸਾਰੇ ਗੁਣਾ ਦੇ ਵਿੱਚ ਲਿਖ ਦੋ, ਯਾਨੀ ਕਿ ਇੱਥੇ 2 ਰਹਿ ਗਿਆ ਸੀ, ਇੱਥੇ ਮੇਰੇ ਕੋਲ 17 ਰਹਿ ਗਿਆ ਸੀ, ਇੱਥੇ ਮੇਰੇ ਕੋਲ ਕੀ ਰਹਿ ਗਿਆ 73 ਰਹਿ ਗਿਆ ਸੀ। ਇਹਨਾਂ ਸਾਰਿਆਂ ਨੂੰ ਜਦੋਂ ਤੁਸੀਂ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਕੀ ਹੈਗਾ ਉਹੀ ਕੀ ਆ ਆਨਸਰ ਆਊਗਾ ਆ ਜੀ 22338। ਕਰਕੇ ਦੇਖ ਲਓ, ਚਾਹੇ 9 ਨੂੰ ਦੋਣਾ ਕੀਤਾ 18 ਨੂੰ ਮੈਂ 17 ਨਾਲ ਕਿਹਾ ਮਲਟੀਪਲਾਈ ਕਰੂੰਗਾ 55 5 ਗਿਆ 7 ਤੇ 5 12 ਆ ਮੇਰੇ ਕੋਲ 8 ਆ ਗਿਆ 1 ਆ ਗਿਆ, ਠੀਕ ਆ। 6 10 3 ਆ ਗਿਆ, 306 ਨੂੰ ਤੁਸੀਂ 73 ਨਾਲ ਮਲਟੀਪਲਾਈ ਕਰ ਲਓ, ਵੈਸੇ ਤਾਂ ਤੁਹਾਡੇ ਕੋਲ 22338 ਕੀ ਹੈਗਾ ਆਨਸਰ ਆਊਗਾ। ਇਸ ਤਰੀਕੇ ਨਾਲ ਆਪਾਂ ਕੀ ਹੈਗਾ ਇਹਦਾ HCF ਤੇ LCM ਆਪਾਂ ਨੂੰ 9 ਦੇਤਾ ਸੀ, LCM ਆਪਾਂ ਕੀ ਆ ਪਤਾ ਕਰ ਲਿਆ। ਆਹ ਤਰੀਕੇ ਨਾਲ ਵੀ ਪਤਾ ਕਰ ਸਕਦੇ ਹੋ, ਮੈਂ ਸੁਜੈਸ਼ਨ ਦੂੰਗਾ ਤੁਸੀਂ ਆਹ ਤਰੀਕੇ ਨਾਲ ਕੀ ਆ ਕਰੋ।